ਸਤਨਾਮ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਲਾ ਪੰਜਵਾਂ। ਅਹੰਗ ਬੁੱਧ ਪਰਬਾਦ ਨੀਤ, ਲੋਕ ਰਸਨਾ ਸਾਧ। ਲਪਟ ਕਪਟ ਗ੍ਰਹਿ ਬੇਧਿਆ, ਮਿਥਿਆ ਵਿਖਿਆਤ। ਅਹੰਗ ਬੁੱਧ ਪਰਬਾਦ ਨੀਤ, ਲੋਭ ਰਸਨਾ ਸਾਧ। ਲਪਟ ਕਪਟ ਗ੍ਰਹਿ ਬੇਧਿਆ, ਮਿਥਿਆ ਵਿਖਿਆਤ। ਐਸੀ ਪੇਖੀ ਨੇਤਰ ਮਹਿ, ਪੂਰੇ ਗੁਰ ਪ੍ਰਸਾਦ। ਰਾਜ ਮਿਲਖ ਤਨ ਜੋ ਬਨਾ, ਨਾਮੈ ਬਿਨ ਬਾਦ। ਰਹਾ ਰੂਪ ਧੂਪ ਸੌਗੰਧਤਾ, ਕਾਪਰ ਭੋਗਾਦ। ਮਿਲਤ ਸੰਗ ਪਾਪਿਸ਼ਟ ਤਨ, ਹੋਏ ਦੁਰਗਾਦ। ਫਿਰਤ ਫਿਰਤ ਮਾਨੁਖ ਭਇਆ, ਖਿਨ ਭੰਗਨ ਦੇਹਾਦ। ਇਹ ਅਵਸਰ ਤੇ ਚੂਕਿਆ, ਬਹੁ ਜੋਨ ਪਰਮਾਦ। ਪ੍ਰਭ ਕਿਰਪਾ ਤੇ ਗੁਰ ਮਿਲੇ, ਹਰ ਹਰ ਬਿਸਮਾਦ। ਸੂਖ ਸਹਿਜ ਨਾਨਕ, ਆਨੰਦ ਤਾਂ ਕੈ ਪੂਰਨ ਨਾਦ। ਪ੍ਰਭ ਕਿਰਪਾ ਤੇ ਗੁਰ ਮਿਲੇ, ਹਰ ਹਰ ਬਿਸਮਾਦ। ਸੂਖ ਸਹਿਜ ਨਾਨਕ, ਆਨੰਦ ਤਾਂ ਕੈ ਪੂਰਨ ਨਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਅਜ਼ਮਤ ਬਖਸ਼ਿਸ਼। ਢਲਦੀ ਸ਼ਾਮ ਸਤਸੰਗਤ ਦੇ ਪਲ ਅਸੀਂ ਪ੍ਰਾਪਤ ਕੀਤੇ ਨੇ। ਗੁਰਬਾਣੀ ਕੀਰਤਨ ਆਪ ਸਰਵਣ ਕਰ ਰਹੇ ਸੀ। ਹੁਣ ਸਮਾਂ ਬਣਿਆ ਹੈ ਅਸੀਂ ਗੁਰੂ ਸ਼ਬਦ ਵਿਆਖਿਆ ਨਾਲ ਸਾਂਝ ਪਾਵਾਂਗੇ। ਇਸ ਗੋਚਰੇ ਰਾਗ ਬਿਲਾਵਲ ਅਸੀਂ ਵਿਚਾਰਦੇ ਹਾਂ। ਮਹਲਾ ਪੰਜਵਾਂ। ਗੁਰੂ ਅਰਜਨ ਪਾਤਸ਼ਾਹ ਪੰਚਮ ਨਾਨਕ ਉਹਨਾਂ ਦੁਆਰਾ ਉਚਾਰਨ ਕੀਤੇ ਗਏ ਸੰਦੇਸ਼, ਚੌਪਦਿਆਂ ਦੇ ਬਚਨ ਸਾਨੂੰ ਪ੍ਰਾਪਤ ਹੁੰਦੇ ਨੇ। ਆਪ ਜੀ ਨੇ ਇਸ ਲੜੀ ਵਿੱਚ ਅਗਲੇਰਾ ਸ਼ਬਦ ਸਰਵਨ ਕੀਤਾ ਹੈ। ਹਮੇਸ਼ਾ ਦੀ ਤਰ੍ਹਾਂ ਵਿਚਾਰ ਰਹਾਉ ਦੇ ਪਦੇ ਤੋਂ ਪ੍ਰਾਰੰਭ ਕਰ ਰਹੇ ਹਾਂ। ਸਾਹਿਬ ਜ਼ਿਕਰ ਕਰਦੇ ਨੇ, ਐਸੀ ਪੇਖੀ ਨੇਤਰ ਮਹਿ, ਪੂਰੇ ਗੁਰ ਪ੍ਰਸਾਦ। ਰਾਜ ਮਿਲਖ ਤਨ ਜੋ ਬਨਾ, ਨਾਮੈ ਬਿਨ ਬਾਦ। ਰਹਾਉ ਐਸੀ ਪੇਖੀ ਨੇਤਰ ਮਹਿ, ਇਸ ਤਰ੍ਹਾਂ ਦੇ ਨਾਲ ਮੈਂ ਅੱਖਾਂ ਦੇ ਜ਼ਰੀਏ ਇਹ ਸੰਸਾਰ ਵੇਖਿਆ, ਵਿਟਨੈਸ ਕੀਤਾ। ਇਹਦੀ ਸਿੰਪਲ ਟਰਾਂਸਲੇਸ਼ਨ ਹੈ, ਐਸੀ ਪੇਖੀ ਨੇਤਰ ਮੈਂ। ਐਂਡ ਉਹ ਨੇਤਰ ਨਾਲ ਵੇਖਣ ਦਾ ਮਾਇਨਾ ਕੀ ਹੈ ਕਿ ਮੈਂ ਸੰਸਾਰ ਨੂੰ ਵਿਟਨੈਸ ਕੀਤਾ। ਜਿਵੇਂ ਦਿਸਦਾ ਉਵੇਂ ਨਹੀਂ, ਡਿਫਰੈਂਟਲੀ। ਬਟ ਦੈਟ ਹੈਪਨ ਡਿਊ ਟੂ ਵਨ ਥਿੰਗ। ਦੈਟ ਵਨ ਥਿੰਗ ਇਜ਼ ਗੁਰ ਪ੍ਰਸਾਦ, ਵਿਦ ਦ ਗ੍ਰੇਸ ਆਫ ਗੁਰੂ, ਵਿਦ ਦ ਬਲੈਸਿੰਗਸ ਆਫ ਗੁਰੂ। ਇਹ ਬਾਤ ਹੁੰਦੀ ਇਹਦੇ 'ਚ। ਕੀ ਦੇਖਿਆ ਜੀ ਤੁਸੀਂ? ਕੀ ਵਿਟਨੈਸ ਕੀਤਾ? ਗੁਰੂ ਅਰਜਨ ਸਾਹਿਬ ਆਪਣੇ ਤੇ ਬਾਤ ਟੁਕਾਉਂਦੇ ਤੇ ਸਾਨੂੰ ਸਮਝਾਉਂਦੇ। ਮਹਾਰਾਜ ਕਹਿੰਦੇ, ਵੇਖਿਆ ਇਹ ਕਿ ਰਾਜ ਮਿਲਖ ਧਨ ਜੋ ਬਣਾ। ਰਾਜ ਪਾਵਰ, ਸਤਾ, ਤਾਕਤ। ਮਿਲਖ ਮਲਕੀਅਤ, ਓਨਰਸ਼ਿਪ, ਪੋਜ਼ੈਸ ਕਿਸੇ ਚੀਜ਼ ਨੂੰ ਕਰਨਾ। ਧਨ ਡੈਫੀਨਿਟਲੀ ਕੈਪੀਟਲ, ਸਰਮਾਇਆ, ਮਨੀ,
ਇਹਦੀ ਬਾਤ ਹੋ ਰਹੀ ਹੈ। ਜੋਬਨਾ ਜਵਾਨੀ, ਜੋ ਆਪਣੇ ਆਪ ਦੇ ਵਿੱਚ ਸਭ ਤੋਂ ਵੱਡਾ ਸਰਮਾਇਆ ਹੈ, ਸਭ ਤੋਂ ਵੱਡੀ ਤਾਕਤ ਸਮਰੱਥਾ ਕਹਿ ਲਵੋ। ਕਿਆ ਧਨ ਰਾਜ ਮਿਲਖ ਤਨ ਜੋਬਨਾ, ਇਹ ਸਾਰੀਆਂ ਚੀਜ਼ਾਂ ਨਾਮੈ ਬਿਨ ਬਾਦ, ਬਾਦ ਵੈਸੇ ਆਮ ਕਰਕੇ ਬਾਦ ਵਿਵਾਦ ਨੂੰ ਵੀ ਕਿਹਾ ਜਾਂਦਾ, ਪਰ ਦੱਦੇ ਨੂੰ ਸਿਆਰੀ ਪਈ ਹੈ, ਅਰਥ ਕਰਾਂਗੇ ਬਣੇਗੀ ਬਿਹਾਰੀ ਬਦੀ। ਜਿਹੜੀ ਚੀਜ਼ ਸੰਸਾਰ ਦੇ ਵਿੱਚ ਬਦੀ ਦੇ ਰੂਪ ਵਿੱਚ ਆਉਂਦੀ ਹੈ, ਮਤਲਬ ਜਿਹਦੇ ਨਾਲ ਬੰਦੇ ਦੇ ਚ ਅਸੀਂ ਅਕਸਰ ਕਹਿੰਦੇ ਹਾਂ ਬਦਫੈਲ ਹੋ ਜਾਣਾ, ਮਤਲਬ ਇੱਕ ਤਰ੍ਹਾਂ ਦੇ ਨਾਲ ਬਦਚਲਨ ਹੋ ਜਾਣਾ, ਮਤਲਬ ਜਿਹੜੀ ਚੀਜ਼ ਬੰਦੇ ਨੂੰ ਬਦਨਾਮੀ ਲਫ਼ਜ਼ ਆਪਣੇ ਆਪ ਦੇ ਵਿੱਚ ਬਦ ਜਿੱਥੇ ਵੀ ਆਏਗਾ, ਜਿੱਥੇ ਬੰਦਾ ਸਹੀ ਤੋਂ ਗਲਤ ਡਾਇਰੈਕਸ਼ਨ ਵਾਲੇ ਪਾਸੇ, ਗਲਤ ਦਿਸ਼ਾ ਵਾਲੇ ਪਾਸੇ ਆਪਣੇ ਆਪ ਨੂੰ ਮੋੜ ਲਵੇ, ਬਰਬਾਦੀ ਤਬਾਹੀ ਵਾਲੇ ਪਾਸੇ। ਇਹ ਚੀਜ਼ ਮੈਂ ਵਿਜ਼ਨ ਕਰ ਲਈ, ਮੈਨੂੰ ਪਤਾ ਲੱਗ ਗਿਆ। ਇਹਦੇ 'ਚ ਲਿਟਰਲੀ ਤੌਰ 'ਤੇ ਮੈਂ ਬਿਆਨ ਕਰਾਂ ਚੀਜ਼ਾਂ ਨੂੰ, ਕਿਉਂਕਿ ਸਹੀ ਪਰਸਪੈਕਟਿਵ ਵਿੱਚ ਅੰਡਰਸਟੈਂਡ ਕਰਨ ਦੀ ਲੋੜ ਹੈ ਬਾਣੀ ਦੇ 'ਚ। ਅਦਰਵਾਈਜ਼ ਜਿਵੇਂ ਟ੍ਰੈਡੀਸ਼ਨਲ ਵੇ ਨਾਲ ਅਸੀਂ ਸਾਊਥ ਏਸ਼ੀਅਨ ਸਬ ਕੰਟੀਨੈਂਟ ਜਾਂ ਦੁਨੀਆ ਭਰ ਦੇ ਧਰਮ ਦੇ ਕਨਸੈਪਟ 'ਚ ਦੇਖੀਏ, ਜਦੋਂ ਧਰਮ ਦੀ ਗੱਲ ਕੀਤੀ ਜਾਂਦੀ, ਮੋਸਟਲੀ ਪੀਪਲ ਸੇ if you want to be spiritual you have to renounce this world, then you can be spiritual। ਜਿਹੜਾ ਉਹ ਰੂਪ ਆ ਵੀ ਸੰਸਾਰ ਰਿਨਾਊਂਸ ਕਰਕੇ, ਮਤਲਬ ਦੁਨੀਆ ਨੂੰ ਤਿਆਗ ਕੇ ਬੰਦਾ ਦੀਨ ਪ੍ਰਾਪਤ ਕਰ ਸਕਦਾ ਆ। ਗੁਰਮਤਿ ਨੇ ਤੇ ਇਹ ਚੀਜ਼ ਸਮਝਾਈ ਨਹੀਂ। ਗੁਰੂ ਸਾਹਿਬ ਨੇ ਤੇ ਜੋਗੀਆਂ ਨੂੰ ਕਿਹਾ ਇਹ ਤੁਸੀਂ ਕੀ ਕਰ ਰਹੇ ਹੋ। ਉਹ ਜਦੋਂ ਪੁੱਛਦੇ ਨਾ ਵੀ ਦੱਸੋ ਖਾ ਸਾਨੂੰ ਮਾਤ ਲੋਕ ਦੇ ਚ ਕੀ ਵਰਤਾਰਾ ਆ, ਤੇ ਬਾਬਾ ਜੀ ਨੇ ਕਿਹਾ ਸਿੱਧ ਛੁਪ ਬੈਠੇ ਜਗਤ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਵੀ ਜਿਹਨੂੰ ਤੁਹਾਨੂੰ ਕੁਝ ਸਮਝ ਸੀਗੀ, ਤੁਸੀਂ ਤੇ ਪਹਾੜਾਂ ਦੀਆਂ ਕੰਦਰਾਂ 'ਚ ਜਾ ਕੇ ਬੈਠ ਗਏ, ਤੁਸੀਂ ਤੇ ਲੋਕਾਂ ਵਾਸਤੇ ਮੈਂਟਰਿੰਗ ਕਰਨੀ ਸੀ, ਰੋਲ ਮਾਡਲ ਬਣਨਾ ਸੀਗਾ, ਜੀਵਨ ਜੀ ਕੇ ਸਿਖਾਉਣਾ ਸੀਗਾ, ਬਟ ਯੂ ਡਿਡਨਟ ਡੂ ਦੈਟ ਜੌਬ ਐਂਡ ਡਿਊ ਟੂ ਦੈਟ ਰੀਜ਼ਨ ਸੰਸਾਰ ਇਜ਼ ਸਫਰਿੰਗ। ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ, ਉਹ ਤੇ ਵਿਚਾਰੇ ਗਰਕ ਹੋ ਚੱਲੇ ਨੇ। ਤੇ ਉਹਨਾਂ ਕਿਹਾ ਬਾਬਾ ਜੀ ਕਿਹੜੀਆਂ ਗੱਲਾਂ ਕਰਦੇ ਹੋ, ਬਲਕਿ ਸਾਨੂੰ ਤੇ ਸ਼ਾਬਾਸ਼ ਦਿਓ, ਅਸੀਂ ਸਾਰਾ ਚਿੱਕੜ ਪਾਣੀ ਗੰਦ ਸਭ ਛੱਡ ਆਏ ਪਿੱਛੇ। ਮਤਲਬ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਪੂਰਾ ਦਾ ਪੂਰਾ ਅਸੀਂ ਮੁਹਾਜ ਹੀ ਛੱਡਦਾ, ਪਲੇਗਰਾਊਂਡ ਹੀ ਛੱਡਦਾ, ਜਿਹਦੇ 'ਚ ਬਦਨਾਮੀ ਹੋ ਸਕਦੀ, ਜਿਹਦੇ 'ਚ ਬੰਦਾ ਗਵਾਚ ਸਕਦਾ, ਜਿਹਦੇ 'ਚ ਬੰਦੇ 'ਚ ਬਦੀ ਆ ਸਕਦੀ, ਅਸੀਂ ਸਾਰਾ ਕੁਝ ਛੱਡ ਕੇ ਬਿਲਕੁਲ ਤਿਆਗੀ ਹੋ ਕੇ ਇੱਥੇ ਆ ਗਏ। ਬਾਬਾ ਜੀ ਨੇ ਕਿਹਾ ਨਾ, ਸੰਸਾਰ ਵਿੱਚ ਰਹਿਣਾ ਸੀਗਾ, ਜੀ ਕੇ ਸਿਖਾਉਣਾ ਸੀਗਾ। ਕਹਿਣ ਲੱਗੇ ਕਿਵੇਂ ਜੀ ਸਕਦੇ ਸੀ, ਚਿੱਕੜ 'ਚ ਵੀ ਕਦੀ ਕੋਈ ਬਚ ਸਕਦਾ, ਕੋਲੇ ਦੀ ਖਾਣ 'ਚ ਵੀ ਕਦੀ ਕੋਈ ਕਾਲਖ ਤੋਂ ਬਚ ਸਕਦਾ। ਬਾਬਾ ਜੀ ਕੋਈ ਗੱਲਾਂ ਥੋੜ੍ਹਾ ਨੇ। ਅਤੇ ਸਿੱਧ ਗੋਸ਼ਟ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਜਦੋਂ ਸਿੱਧਾਂ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਇੰਟਰੈਕਸ਼ਨ ਕਰਦੇ ਨੇ, ਗੱਲਬਾਤ ਕਰਦੇ ਨੇ, ਡਾਇਲੋਗ ਕਰਦੇ ਨੇ, ਅਤੇ ਉਹਦੇ 'ਚ ਬਾਬਾ ਜੀ ਬਿਆਨ ਕਰਦੇ ਵੀ ਹਾਂ ਵੀ ਰਹਿ ਸਕਦੇ ਹਾਂ। ਕਿਵੇਂ ਰਹਿ ਸਕਦੇ ਹਾਂ? ਜੈਸੇ ਜਲ ਮੈਂ ਕਮਲ ਨਿਰਾਲਮ, ਜਿਵੇਂ ਕੌਲ ਦਾ ਫੁੱਲ ਚਿੱਕੜ ਤੇ ਪਾਣੀ ਵਿੱਚ ਰਹਿੰਦਾ, ਐਵੇਂ ਰਹਿ ਸਕਦੇ ਹਾਂ। ਮਤਲਬ ਇਹ ਕਿ ਪਾਣੀ ਹਰ ਚੀਜ਼ ਨੂੰ ਗਾਲ ਦਿੰਦਾ ਜਿੱਥੇ ਪਾਣੀ ਵੱਧ ਜਾਏ। ਹਾਂ, ਇੱਕ ਚੀਜ਼ ਪਾਣੀ ਵਿੱਚ ਹਮੇਸ਼ਾ ਪ੍ਰਫੁੱਲਤ ਹੁੰਦੀ ਹੈ, ਕੰਮੀ ਫੁੱਲ ਜਾਂ ਕੌਲ ਫੁੱਲ ਜਿਹੜਾ ਆ, ਲੋਟਸ ਫਲਾਵਰ। ਕਿਆ ਇਸ ਤਰ੍ਹਾਂ ਦਾ ਜੀਵਨ ਜੀਣਾ ਆ, ਚਿੱਕੜ ਨਹੀਂ ਛੱਡਣਾ, ਚਿੱਕੜ ਵਿੱਚ ਰਹਿਣਾ, ਪਾਣੀ ਵਿੱਚ ਰਹਿਣਾ, ਪਰ ਨਿਰਲੇਪ ਹੋ ਜਾਣਾ। ਇਹ ਹੈ ਕਿ ਇੱਕ ਡਿਟੈਚਮੈਂਟ ਬਿਲਡ ਕਰਨੀ ਵਿੱਚ ਰਹਿੰਦਿਆਂ ਹੋਇਆ। ਕਿਆ ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਾ ਸਾਣਾ, ਮੁਰਗਾਈ ਮੁਰਗਾਬੀ। ਆਮ ਕਰਕੇ ਜਿੰਨੇ ਵੀ ਜਿਹੜੀ ਡਿਫਰੈਂਟ ਬਰਡਸ ਫੈਮਿਲੀ ਨੂੰ ਤੁਸੀਂ ਦੇਖਦੇ ਹੋ, ਤਾਂ ਉਹਨਾਂ ਸਾਰਿਆਂ ਦੇ ਵਿੱਚ ਇੱਕ ਇੱਕੋ ਜਿਹੀ ਰੂਪ ਦੇ 'ਚ ਵੀਕਨੈਸ ਹੈਗੀ ਹੈ ਕਿ ਜੇ ਉਹਨਾਂ ਦੇ ਵਿੰਗਸ ਜਿਹੜੇ ਨੇ, ਜਿਹੜੇ ਉਹਨਾਂ ਦੇ ਪਰ ਨੇ, ਉਹ ਗਿੱਲੇ ਹੋ ਜਾਣ ਤੇ ਉਹ ਫਿਰ ਉੱਡ ਨਹੀਂ ਸਕਦੇ। ਮਗਰ ਇੱਕ ਮੁਰਗਾਬੀ ਐਸਾ ਪੰਛੀ, ਐਸਾ ਬਰਡ ਆ, ਉਹ ਸਿੱਧਾ ਪਾਣੀ ਵਿੱਚ ਡਾਈ ਕਰਦਾ, ਇਸ ਤਰੀਕੇ ਨਾਲ ਆਪਣਾ ਸ਼ਿਕਾਰ ਫੜਦਾ, ਸਿੱਧਾ ਅਸਮਾਨ ਜੁੜ ਜਾਂਦਾ। ਉਹਦੇ ਪਰਾਂ ਨੂੰ ਇੱਕ ਬੂੰਦ ਵੀ ਪਾਣੀ ਗਿੱਲਿਆਂ ਨਹੀਂ ਕਰਦੀ। ਮਤਲਬ ਉਸ ਤਰੀਕੇ ਦੇ ਪਰ ਮਦਰ ਨੇਚਰ ਨੂੰ ਗਿਫਟ ਕੀਤੇ ਨੇ। ਮਨੁੱਖ ਨੂੰ, ਮਨੁੱਖ ਦੇ ਪਰ ਕੀ ਨੇ? ਮਨੁੱਖ ਨੂੰ ਬਹਿਰੂਨੀ ਤੌਰ 'ਤੇ ਕੋਈ ਚੀਜ਼ ਆ ਕੇ ਨਹੀਂ ਘੇਰਦੀ। ਆਪ ਦੇਖੋਗੇ ਲਿਟਰਲੀ ਤੌਰ 'ਤੇ ਜਿਹੜਾ ਕੰਮ ਆ, ਉਹ ਕਿਸੇ ਦਾ ਗਲਾ ਥੋੜ੍ਹਾ ਕੁੱਟਦਾ ਆ, ਅਤੇ ਬੰਦਾ ਕਹਿੰਦਾ ਡਿਊ ਟੂ ਓਵਰ ਵਰਕ ਔਰ ਡਿਊ ਟੂ ਐਕਚੁਅਲੀ ਓਵਰਵਾਲਮਿੰਗ ਇਨ ਮਾਈ ਵਰਕ ਪਲੇਸ ਆਈ ਐਮ ਫੀਲਿੰਗ ਸੋਫੋਕੇਸ਼ਨ। ਸੋਫੋਕੇਸ਼ਨ? ਤੈਨੂੰ ਕਿਹੜਾ ਆਕਸੀਜਨ ਲੈਣ ਤੋਂ ਰੋਕਿਆ ਉਸਨੇ? ਭਈ ਗੱਲ ਲਿਟਰਲੀ ਤੌਰ 'ਤੇ, ਬਹਿਰੂਨੀ ਤੌਰ 'ਤੇ ਕੋਈ ਚੀਜ਼ ਆ ਕੇ ਗਲਾ ਨਹੀਂ ਫੜ ਰਹੀ। ਸੋਚ ਹੈ, ਸੋਚ ਇਤਨੀ ਜ਼ਿਆਦਾ ਹੈ ਕਿ ਮੈਂ
ਜਿਹੜਾ ਹੈਗਾ ਬਰਨ ਆਊਟ ਹੋ ਗਿਆ ਵਾ, ਮੈਂ ਉਹ 'ਚ ਇਤਨਾ ਗਲਤਾਨ ਹੋ ਗਿਆ, ਮੈਂ ਨਿਕਲ ਨਹੀਂ ਪਾ ਰਿਹਾ। ਸੋ ਇਹ ਜਿਹੜੀ ਚੀਜ਼ ਇੱਥੋਂ ਫਿਰ ਪਰ ਚਾਹੀਦੇ ਨੇ ਮੈਨੂੰ, ਇਹੋ ਜਿਹੇ ਪਰ ਚਾਹੀਦੇ ਨੇ ਜਦੋਂ ਮੈਂ ਕੰਮ ਵਿੱਚ ਹਾਂ 100% ਉੱਥੇ ਪਰਫਾਰਮ ਕਰਾਂ, ਤੇ ਜਿਸ ਤੋਂ ਮੈਂ ਕੰਮ ਤੋਂ ਬਾਹਰ ਨਿਕਲਾਂ 100% ਆਈ ਸ਼ੁੱਡ ਬੀ ਜਸਟ ਮਾਈ ਸੈਲਫ, ਨਥਿੰਗ ਐਲਸ। ਕੋਈ ਹੋਰ ਚੀਜ਼ ਨਾ ਹੋਏ ਮੇਰੇ ਆਲੇ ਦੁਆਲੇ। ਇਹੋ ਜਿਹਾ ਜੀਵਨ, ਜਦੋਂ ਮੈਂ ਜਿਸ ਜਗ੍ਹਾ ਤੇ ਜਿਸ ਪਲੇਸ ਤੇ ਮੈਂ ਉੱਥੇ ਹੀ ਹਾਂ, ਜਿਵੇਂ ਮੈਂ ਉੱਥੋਂ ਬਾਹਰ ਨਿਕਲਾਂ ਮੈਂ ਉਸ ਤੋਂ ਬਿਲਕੁਲ ਜਿਹੜਾ ਹੈਗਾ ਇੱਕ ਆਰਡੀਨਰੀ ਬੰਦਾ, ਇੱਕ ਆਮ ਇਨਸਾਨ ਉਸ ਰੂਪ ਵਿੱਚ ਬਣ ਜਾਵਾਂ। ਸੋ ਇਹ ਜਿਹੜੀ ਕਿ ਬੈਲੈਂਸਡ ਅਪਰੋਚ, ਇਹਨੂੰ ਸਾਹਿਬ ਨੇ ਮਹਾਰਾਜ ਨੇ ਕਿਹਾ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਐ। ਜੇ ਤੁਹਾਡੀ ਸੁਰਤ ਸ਼ਬਦ ਵਿੱਚ ਟਿਕ ਜਾਏਗੀ, ਜੇ ਤੁਸੀਂ ਹਾਇਰ ਲੈਵਲ ਤੇ ਕਿਸੇ ਸਕੂਲ ਆਫ ਥਾਟ ਨੂੰ ਫੋਲੋ ਕਰ ਲਓਗੇ, ਪ੍ਰਾਪਤ ਕਰ ਲਓਗੇ, ਭਵ ਸਾਗਰ ਤਰੀਐ, ਫਿਰ ਤੁਸੀਂ ਇਸ ਡਰ ਦੇ ਸਾਗਰ ਤੋਂ ਬਾਹਰ ਆ ਸਕੋਗੇ। ਨਾਨਕ ਨਾਮ ਵਖਾਣਾ, ਤੇ ਇਹ ਰਾਹ ਨਾਨਕ ਦਾ ਰਾਹ ਆ, ਤੇ ਨਾਨਕ ਦਾ ਰਾਹ ਨਾਮ ਦਾ ਰਾਹ ਆ। ਨਾਮ ਦਾ ਮਤਲਬ ਹੈ ਵਿਜ਼ਨਰੀ, ਜਿਸ ਨੂੰ ਚੀਜ਼ਾਂ ਨੂੰ ਸਹੀ ਪਰਸਪੈਕਟਿਵ ਦੇ ਵਿੱਚ ਪਰਸੀਵ ਕਰਨੀਆਂ ਆਉਂਦੀਆਂ ਨੇ, ਪ੍ਰੋਸੈਸ ਕਰਨੀਆਂ ਆਉਂਦੀਆਂ ਨੇ, ਤੇ ਉਹਨਾਂ ਦੇ ਉੱਤੇ ਐਕਟ ਕਰਨਾ ਆਉਂਦਾ, ਮੈਨੀਫੈਸਟ ਕਰਨਾ ਆਉਂਦਾ। ਦੈਟ ਇਜ਼ ਦ ਵੇ ਆਫ ਨਾਨਕ ਐਂਡ ਦੈਟ ਇਜ਼ ਦ ਵੇ ਆਫ ਨਾਮ। ਇਹਦੀ ਬਾਤ ਗੁਰੂ ਸਾਹਿਬ ਨੇ, ਇਹ ਗੁਰਮਤ ਦਾ ਆਈਡੀਆ ਲਿਆ। ਪਰ ਜੇ ਇਹਦੇ ਨਾਲ ਬਿਲਕੁਲ ਇਹ ਦੇਖਿਆ ਜਾਏ, ਆਪ ਇਸ ਤਰ੍ਹਾਂ ਜਾਣੋ, ਇਹਨੂੰ ਹੋਰ ਸਿੰਪਲ ਕੀਤਾ ਜਾਏ, ਜੇ ਜਿਵੇਂ ਆਪਾਂ ਕਾਰ ਡਰਾਈਵ ਕਰਦੇ ਹਾਂ, ਆਪਣੀ ਕਾਰ ਜਿਹੜੀ ਹੈ ਮਤਲਬ ਬੜਾ ਹੈਲਪਫੁਲ ਇੱਕ ਵਹੀਕਲ ਆ। ਇਸ ਤੋਂ ਵਧੀਆ ਹੈਲਪਫੁਲ ਚੀਜ਼ ਕੀ ਹੋਏਗੀ? ਠੰਡ ਹੋਏ, ਗਰਮੀ ਹੋਏ, ਸਾਨੂੰ ਸਾਰੇ ਮੌਸਮ ਤੋਂ ਬਚਾ ਲੈਂਦਾ। ਫਿਰ ਉਸ ਤੋਂ ਬਾਅਦ ਸਾਨੂੰ ਇੱਕ ਜਗ੍ਹਾ ਤੋਂ ਆਪੋ ਆਪਣੇ ਡੈਸਟੀਨੇਸ਼ਨ 'ਤੇ ਆਪੋ ਆਪਣੇ ਜਿਹੜਾ ਹੈਗਾ ਮੂਵ ਕਰਨ ਵਿੱਚ ਹੈਲਪ ਕਰਦਾ ਹੈ। ਬੜੇ ਕਮਾਲ ਦੀ ਚੀਜ਼ ਆ। ਪਰ ਇਹ ਵੀ ਸੱਚ ਆ, ਜੇ ਕਾਰ ਚਲਾਣੀ ਨਾ ਆਵੇ ਤੇ ਇੱਕ ਸਿੱਧੇ ਤੌਰ 'ਤੇ ਡੈਡਲੀ ਵੈਪਨ ਹੈ, ਸਾਡੇ ਵਾਸਤੇ ਵੀ, ਕਿਸੇ ਵਾਸਤੇ। ਮਤਲਬ ਜੇ ਬੰਦੇ ਨੂੰ ਆਪਰੇਟ ਕਰਨਾ ਨਾ ਆਏ, ਵਹੀਕਲ ਨਾ ਚਲਾਣਾ ਆਏ, ਬਰਬਾਦੀ ਹੈ, ਤਬਾਹੀ ਹੈ। ਹੁਣ ਇਹ ਕਿ ਸੁੱਖ ਤੇ ਲਿਆ ਜਾ ਸਕਦਾ ਇਹਦੇ ਤੋਂ, ਬਟ ਵੀ ਐਕਚੁਅਲੀ we should know how to drive, how to operate. ਇਹ ਤਰੀਕੇਕਾਰ ਤਾਂ ਹੀ ਸੰਸਾਰ ਦੇ ਵਿੱਚ ਆ। ਜੇ ਬੰਦਾ ਕਹੇ ਜੋਬਨ ਮਾੜਾ ਹੈ, ਨਾ। ਜੇ ਕਿ ਧਨ ਮਾੜਾ ਹੈ, ਰਾਜ ਮਾੜਾ ਹੈ, ਮਿਲਕ ਮਾੜਾ ਹੈ, ਨਹੀਂ। ਪਰ ਗੱਲ ਇਹ ਹੈ, ਜਿਹੜਾ ਇਹਨਾਂ ਦਾ ਬਾਦ ਬਦੀ ਵਾਲਾ ਪੱਖ ਹੈ, ਉਹ ਗੁਰੂ ਨੇ ਵਿਖਾਤਾ ਮੈਨੂੰ, ਗੁਰੂ ਨੇ ਸਮਝਾਤਾ। ਧਨ ਜੋਬਨ ਦੋਇ ਵੈਰੀ ਹੋਏ, ਜਿੰਨੀ ਰੱਖੇ ਰੰਗ ਲਾਏ। ਜਿਹੜੇ ਇਹਦੀਆਂ ਰੰਗੀਨੀਆਂ 'ਚ ਗਵਾਚ ਗਏ ਨਾ, ਇਸ ਤੋਂ ਵੱਡਾ ਵੈਰੀ ਕੋਈ ਨਹੀਂਗਾ। ਮਤਲਬ ਇਹਨੂੰ ਹੋਰ ਸਰਲ ਕਰ ਲਈਏ। ਦੇਖੋ, ਸਰਮਾਇਆ ਆ, ਆਪਾਂ ਇਹ ਦੇਖਦੇ ਹਾਂ ਜਿਨ੍ਹਾਂ ਸਮਾਜਾਂ ਦੇ ਵਿੱਚ ਕੁਝ ਤੰਗੀ ਤੁਰਸੀ ਲੋਕਾਂ ਨੇ ਵੇਖੀ, ਜਿਨ੍ਹਾਂ ਸਮਾਜਾਂ ਦੇ ਵਿੱਚ ਲੋਕਾਂ ਦੇ ਕੋਲ ਬਹੁਤ ਜ਼ਿਆਦਾ ਮਤਲਬ ਪੈਸੇ ਖਰਚਣ ਵਾਸਤੇ ਨਹੀਂ ਗਏ, ਉਹਨਾਂ ਸਮਾਜਾਂ ਦੇ ਵਿੱਚ ਯੰਗ ਬੱਚੇ ਬੱਚੀਆਂ ਬਹੁਤ ਸਾਰੇ ਇਹੋ ਜਿਹੀਆਂ ਅਲਾਮਤਾਂ ਤੋਂ ਬਚ ਗਏ, ਜਿਹੜੇ ਪੈਸੇ ਦੀ ਵਾਧੂ ਹੋਣ ਕਰਕੇ, ਪੈਸੇ ਦੀ ਇਜ਼ਾਫੇਦਾਰੀ ਹੋਣ ਕਰਕੇ ਉਹ ਨਾ ਬਚ ਸਕਦੇ। ਉਹ ਫੋਕਸਡ ਰਹੇ, ਪੜ੍ਹਾਈ ਵਾਲੇ ਪਾਸੇ ਫੋਕਸ ਕੀਤਾ, ਧਿਆਨ ਦਿੱਤਾ ਇਹ ਸਾਰੇ ਚੀਜ਼ ਦੇ ਵਿੱਚ। ਜਿੱਥੇ ਸਰਮਾਏ ਦੀ ਥੋੜ੍ਹੀ ਬਹੁਤਾਇਤ ਹੋ ਗਈ ਤੇ ਜੋਬਨ ਦਾ ਸਮਾਂ ਸੀਗਾ, ਤੇ ਬਸ ਜੀਵਨ ਤੁਰ ਪਿਆ ਉਸ ਪਾਸੇ। ਇਸ ਚੀਜ਼ ਨੂੰ ਵੀ ਅਹਿਸਾਸ ਦੇਖਿਆ ਜਾਏ। ਇਸ ਕਰਕੇ ਬਾਣੀ ਨੇ ਕਿਹਾ, ਮਾਇਆ ਨੂੰ ਗੁਜਰਾਨ ਦੇ ਰੂਪ ਵਿੱਚ ਲਿਆ ਜਾਏ। ਜੇ ਇਸ ਨੂੰ ਐਸ਼ੋ ਇਸ਼ਰਤ 'ਚ ਲੈ ਕੇ ਜਾਓਗੇ ਨਾ, ਫਿਰ ਮਨੁੱਖਾ ਜੀਵਨ ਬਰਬਾਦ ਹੋ ਜਾਏਗਾ, ਤਬਾਹ ਹੋ ਜਾਏਗਾ। ਇਹ ਗੁਰੂ ਨੇ ਸਿਖਾਇਆ। ਗੁਰੂ ਨੇ ਦੱਸਿਆ, ਸੰਸਾਰ ਵਿੱਚ ਕਮਾ, ਹੰਡਾ, ਖਾ, ਪਰ ਬੜੇ ਇੱਕ ਕਿਹਾ ਗਿਆ ਕਿ ਇੱਕ ਬੈਲੈਂਸਡ ਵੇ ਦੇ ਨਾਲ। ਇੱਥੇ ਗੁਰੂ ਅਰਜਨ ਸਾਹਿਬ ਜਿਹੜਾ ਬਿਆਨ ਕਰਦੇ ਇਸ ਪਾਵਨ ਬਚਨ ਦੇ ਵਿੱਚ, ਐਸੀ ਪੇਖੀ ਨੇਤਰ ਮੈਂ ਪੂਰੇ ਗੁਰ ਪ੍ਰਸਾਦ। ਮੇਰੀਆਂ ਅੱਖਾਂ ਦੇ ਵਿੱਚ ਇੱਕ ਚੀਜ਼ ਸਮਝ 'ਚ ਆ ਗਈ। ਮਤਲਬ ਗੱਲ ਤੇ ਭਾਵੇਂ ਅੱਖਾਂ ਦੀ ਹੋ ਰਹੀ, ਗੱਲ ਅਕਲ ਦੀ ਹੋ ਰਹੀ, ਅਕਲ ਦੇ ਨੇਤਰਾਂ ਦੀ ਹੋ ਰਹੀ। ਮੈਨੂੰ ਸੋਝੀ ਆ ਗਈ, ਸਮਝ ਆ ਗਈ। ਆਈ ਐਕਚੁਅਲੀ ਬਿਕਮ ਵਿਜ਼ਨਰੀ ਇਨ ਏ ਵੇ। ਬਾਬਾ ਜੀ ਸਿੰਘ, ਐਸੀ ਪੇਖੀ ਨੇਤਰ ਮੈਂ ਪੂਰੇ ਗੁਰ ਪ੍ਰਸਾਦ, ਤੇ ਪੂਰੇ ਗੁਰੂ ਦੇ ਤਰਸ ਦੇ ਨਾਲ। ਇਹ ਗੁਰੂ ਬਾਬਾ ਜੀ ਨੇ ਪੂਰੇ ਗੁਰਪ੍ਰਸਾਦ, ਪੂਰੇ ਐਜ਼ ਏ ਐਡਜੈਕਟਿਵ ਪਾਇਆ ਆ। ਗੁਰਪ੍ਰਸਾਦ ਵੀ ਲਿਖ ਦਿੰਦੇ ਤਾਂ ਵੀ ਠੀਕ ਸੀਗਾ, ਪਤਾ ਲੱਗ ਜਾਂਦਾ ਗੁਰਪ੍ਰਸਾਦ। ਪਰ ਪੂਰੇ ਗੁਰਪ੍ਰਸਾਦ, ਇਹ ਵੀ ਸੱਚ ਹੈ। ਕਿਉਂਕਿ ਅਕਸਰ ਬਾਣੀ ਤੁਸੀਂ ਇਹੋ ਜਿਹੇ ਬਚਨ ਪੜ੍ਹ ਲੈਂਦੇ ਹੋ, ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ, ਕਬੀਰ ਸਾਚਾ ਸਤਿਗੁਰ ਕਿਆ ਕਰੈ,
ਬਾਬਾ ਕਬੀਰ ਜੀ ਸਾਚਾ ਸਤਿਗੁਰੂ ਝੂਠਾ ਸਤਿਗੁਰੂ ਵੀ ਹੁੰਦਾ ਹੈ। ਜਦੋਂ ਅਸੀਂ ਅੱਜ ਦੇ ਸਮਾਜ ਵਿੱਚ ਵੇਖੀਏ ਤੁਹਾਨੂੰ ਮਿਲ ਜਾਏਗਾ ਇਹੋ ਜਿਹਾ ਤਮਾਸ਼ਾ ਮਜ਼ਮੇਕਾਰੀ। ਇੱਕ ਪਾਸੇ ਅਸੀਂ ਇਹ ਪੜ੍ਹ ਰਹੇ ਹਾਂ ਕਿ ਜੋਬਨ, ਪੈਸਾ, ਦੌਲਤ, ਰਾਜ ਭਾਗ ਇਹ ਬਰਬਾਦੀ ਕਰ ਸਕਦਾ ਹੈ। ਜੇ ਆਪਾਂ ਬਹੁਤ ਦੂਰ ਨਾ ਜਾਈਏ, ਐਗਜ਼ਾਮਪਲ ਦੇਖਣੀ ਹੋਏ ਤੇ ਪੰਜਾਬ ਤੇ ਉਸ ਸਾਡੇ ਇੰਡੀਅਨ ਖਿੱਤੇ ਦੇ ਵਿੱਚ ਰੀਸੈਂਟਲੀ ਇੱਕ ਸ਼ਖਸ ਜੇਲ੍ਹ 'ਚ ਆ, ਬੜਾ ਚਰਚਾ ਰਿਹਾ ਪਿੱਛੇ ਉਹਦਾ, ਬੜੀ ਵੱਡੀ ਉਹ ਮਲਕੀਅਤ ਉਹਦੇ ਕੋਲ ਤੇ ਬੜਾ ਕੁਛ, ਤੇ ਅਲਟੀਮੇਟਲੀ ਉਹ ਫਿਲਮਾਂ ਬਣਾਉਣ ਲੱਗ ਗਿਆ। ਮਤਲਬ ਬੰਦਾ ਕਹੇਗਾ ਆਹ ਕੀ ਹੈ? ਇਹੀ ਬਦੀ ਹੈ। ਲੋਕਾਂ ਦੇ ਪੈਸੇ ਦੇ ਉੱਤੇ, ਲੋਕਾਂ ਦੇ ਮੁਹਾਜ ਦੇ ਉੱਤੇ, ਲੋਕਾਂ ਦੀ ਆਸਥਾ ਨੂੰ ਕੈਸ਼ ਕਰਦਿਆਂ ਹੋਇਆਂ ਇਹ ਜਿਹੜੀ ਚੀਜ਼ ਆ, ਤੇ ਕਲੇਮ ਇਹ ਹੈ ਕਿ ਮੈਂ ਗੁਰੂ ਹਾਂ, ਮੈਂ ਰੱਬ ਦਾ ਮੈਸੇਂਜਰ ਹਾਂ। ਇੱਥੇ ਜਾ ਕੇ ਸਮਝ ਆਉਂਦੀ ਪੂਰਾ ਸੱਚਾ ਸਹੀ ਸੱਚ ਦੇ ਭੁਲੇਖੇ ਬੰਦਾ ਝੂਠ ਨੂੰ ਫੋਲੋ ਕਰਨ ਲੱਗ ਗਿਆ, ਮਾਰਿਆ ਜਾਏਗਾ। ਸਹੀ ਨੂੰ ਪਕੜੋ। ਹੁਣ ਸਹੀ ਦੇ ਰੂਪ ਦੇ ਵਿੱਚ ਕੀ ਹੈ ਭਈ? ਗੱਲ ਇਹ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਇੱਕ ਸੈਲਫ ਅਟੋਨਮੀ ਦਿੱਤੀ, ਆਜ਼ਾਦੀ। ਕਿਹਾ ਸਿੱਖ ਜੀ ਕਿਸੇ ਦਾ ਪਿੱਛਾ ਲੱਗ ਨਾ ਬਣੀ, ਵਿਵੇਕ, ਇਨਰ ਇੰਸਟਿੰਕਟ ਜਿਹਨੂੰ ਅਸੀਂ ਕਹਿੰਦੇ ਹਾਂ, ਪ੍ਰੋਪਰਲੀ ਫੋਲੋ ਕਰ ਉਹਨੂੰ। ਜਿਹੜੀ ਚੀਜ਼ ਤੇਰੀ ਕਾਮਨ ਸੈਂਸ ਦੇ ਵਿੱਚ ਸਮਝ ਆ ਰਹੀ ਹੈ ਤੈਨੂੰ, ਉਹਦੇ ਉੱਤੇ ਧਿਆਨ ਦੇ। ਤੇ ਸੱਚ ਹੈ ਹਿਊਮਨ ਇੰਸਟਿੰਕਟ ਯੂਨੀਵਰਸਲ ਹੈ, ਇਹ ਕਦੀ ਝੂਠ ਨਹੀਂ ਬੋਲਦਾ। ਜਿੰਨਾ ਮੈਡੀਟੇਸ਼ਨ ਦਾ ਕਨਸੈਪਟ ਹੈ ਇਹ ਤੁਹਾਡੇ ਇਨਰ ਨੂੰ ਅਵੇਅਰ ਕਰਨਾ ਆ, ਤੁਹਾਨੂੰ ਢੋਰਾ ਬਣਾਉਣਾ ਨਹੀਂਗਾ। ਜਿਹੜੀ ਚੀਜ਼ ਤੁਹਾਨੂੰ ਢੋਰਾ ਬਣਾ ਰਹੀ ਹੈ ਜਾਂ ਤੁਹਾਨੂੰ ਸਪੋਜ਼ ਕਰੋ ਤੁਹਾਡੇ ਵਿਜ਼ਡਮ ਦੇ ਲੈਵਲ ਨੂੰ ਲੋਅਰ ਕਰ ਰਹੀ ਹੈ, ਉਹ ਜੋ ਮਰਜ਼ੀ ਉਹ ਧਰਮ ਨਹੀਂ, ਬਾਣੀ ਇਹ ਕਹਿ ਰਹੀ ਹੈ। ਗੁਰੂ ਨਾਨਕ ਸਾਹਿਬ ਦਾ ਬਚਨ ਅਸੀਂ ਪੜ੍ਹੀਏ, ਮਹਾਰਾਜ ਕਹਿੰਦੇ ਅਕਲੀ ਸਾਹਿਬ ਸੇਵੀ ਹੈ, ਅਕਲ ਦਾ ਦੀਵਾ ਬਾਲ, ਇਹਦੇ ਨਾਲ ਸਾਹਿਬ ਦੀ ਸੇਵਾ ਕਰ। ਤੇ ਜਿੱਥੇ ਅਕਲ ਹੋਏਗੀ ਉੱਥੇ ਬੰਦੇ ਨੂੰ ਪਤਾ ਹੋਏਗਾ, ਜਿਵੇਂ ਮੈਂ ਅੱਜ ਹੁਣ ਬਾਤ ਕੀਤੀ ਕਿ ਵਹੀਕਲ ਨੂੰ ਆਪਰੇਟ ਕਰਨ ਦੀ ਜਾਂਚ ਆਏ, ਸੰਸਾਰ, ਪੈਸਾ, ਦੌਲਤ, ਪਰਿਵਾਰ, ਰਾਜ ਭਾਗ, ਸਭ ਇਹ ਚੀਜ਼ਾਂ ਜੇ ਆਪਾਂ ਸਮਾਜਾਂ ਸੰਸਾਰ ਦੇ ਵਿੱਚ ਦੇਖਦੇ ਹਾਂ, ਮਤਲਬ ਆਲੇ ਦੁਆਲੇ, ਤੇ ਸਾਨੂੰ ਪਤਾ ਲੱਗੇਗਾ ਕਿ ਜਿਨ੍ਹਾਂ ਨੇ ਕੋਈ ਚੰਗੇ ਸਿਸਟਮ ਬਿਲਡ ਕੀਤੇ, ਬੀਇੰਗ ਏ ਨੇਸ਼ਨ, ਛੋਟੇ ਛੋਟੇ ਮੁਲਕ ਵੀ ਤੁਹਾਨੂੰ ਮਿਲ ਜਾਣਗੇ। ਸਿੰਗਾਪੁਰ ਦੀ ਐਗਜ਼ਾਮਪਲ ਕੀਤੀ ਜਾਂਦੀ ਹੈ, ਸਵਿਟਜ਼ਰਲੈਂਡ ਦੀ ਐਗਜ਼ਾਮਪਲ ਕੀਤੀ ਜਾਂਦੀ ਹੈ। ਇਹੋ ਜਿਹੇ ਮੁਲਕ ਦੇਖ ਲਓ ਤੁਸੀਂ, ਬੜੇ ਛੋਟਾ ਜਿਹਾ ਖਿੱਤਾ ਆ, ਰਿਸੋਰਸਿਸ ਦੇ ਲੈਵਲ 'ਤੇ ਵੀ ਕੁਛ ਬਹੁਤ ਜ਼ਿਆਦਾ ਤੁਹਾਨੂੰ ਨਹੀਂ ਮਿਲੇਗਾ, ਪਰ ਇਸ ਤਰੀਕੇ ਨਾਲ ਉਹਨੂੰ ਮੈਨੇਜ ਕੀਤਾ ਲੋਕ ਆਪਣੇ ਵਾਸਤੇ, ਉੱਥੇ ਬੜੇ ਸੁਖਮਈ ਸਾਧਨਾਂ ਦੇ ਨਾਲ ਜੁੜ ਗਏ। ਅਤੇ ਡੈਫੀਨੇਟਲੀ ਕਿਸੇ ਨੇ ਰਾਜਸੀ ਪਾਲਿਸੀਆਂ ਬਣਾਈਆਂ ਹੋਣਗੀਆਂ, ਕਿਸੇ ਨੇ ਜਿਹੜਾ ਰਾਜਸੀ ਨਿਜ਼ਾਮ ਬਣਾਇਆ ਹੋਏਗਾ, ਸਭ ਚੀਜ਼ਾਂ ਚੱਲੀਆਂ ਹੋਣਗੀਆਂ ਤਾਂ ਹੀ। ਤੇ ਐਵੇਂ ਕਿਵੇਂ ਕਹਿ ਸਕਦੇ ਹਾਂ ਕਿ ਰਾਜ ਭਾਗ ਮਾੜੀ ਚੀਜ਼ ਹੈ? ਬੜੀ ਵਧੀਆ ਚੀਜ਼ ਹੈ ਭਾਈ, ਪਰ ਜੇ ਕਿਸੇ ਨੂੰ ਚਲਾਉਣੀ ਆਵੇ ਤੇ ਫਿਰ ਇਹ ਵੀ ਹੈ ਮਿਲਕ ਮਲਕੀਅਤ। ਕਮਿਊਨਿਜ਼ਮ ਦਾ ਆਗਾਜ਼ ਹੀ ਇੱਥੋਂ ਹੋਇਆ ਕਿ ਮਲਕੀਅਤ ਬੰਦੇ ਦੀ ਨਹੀਂ ਹੋਣੀ ਚਾਹੀਦੀ, ਮਲਕੀਅਤ ਸਟੇਟ ਦੀ ਹੋਣੀ ਚਾਹੀਦੀ ਹੈ। ਹਾਲਾਂਕਿ ਉਹ ਸਟੇਟ ਤੇ ਚਰਚ ਦੀ ਕੰਬੀਨੇਸ਼ਨ ਤੋਂ ਇੱਕ ਮਾਰਕਸਿਜ਼ਮ ਜਿਹੜਾ ਡਿਵੈਲਪ ਹੋਇਆ, ਤੇ ਅਲਟੀਮੇਟਲੀ ਕਿੱਥੇ ਕਿਸ ਕਲਟ 'ਚ ਪਹੁੰਚ ਗਿਆ, ਜਿਹਦੀ ਅੱਜ ਨਿਸ਼ਾਨੀ ਸਭ ਤੋਂ ਵੱਡਾ ਜਿਹੜਾ ਹੈਗਾ ਸਾਡੇ ਸਾਹਮਣੇ ਚਾਈਨਾ ਆ, ਰਸ਼ੀਆ ਇਸ ਤੋਂ ਪਹਿਲਾਂ ਸੀਗਾ। ਇੱਕ ਤੁਸੀਂ ਬੜਾ ਇਹਦੇ ਬਾਰੇ ਜ਼ਿਕਰ ਸੁਣਿਆ ਹੋਏਗਾ, ਟੈਨਿਸ ਪਲੇਅਰ, ਉਹਨੇ ਥੋੜ੍ਹਾ ਜ਼ਿਕਰ ਕੀਤਾ ਆਪਣੇ ਜਿਹੜਾ ਹੈਗਾ ਜੋ ਕੁਛ ਉਹਨੇ ਸਫਰਿੰਗ ਹੋਈ ਉਹਦੀ, ਅਤੇ ਉਸ ਤੋਂ ਬਾਅਦ ਉਹਦੀ ਸ਼ਕਲ ਹੀ ਨਹੀਂ ਦਿਸੀ। ਉਹ ਜੇ ਕਿਤੇ ਥੋੜ੍ਹਾ ਬਹੁਤਾ, ਇਹ ਕੀ ਹੈ ਐਕਚੁਅਲੀ, ਇਹੀ ਬਦੀ ਹੈ ਕਿਸੇ ਦੀ ਇਸ ਤਰੀਕੇ ਦੇ ਨਾਲ ਆਵਾਜ਼ ਦੱਬੀ ਜਾਂਦੀ, ਇਸ ਰੂਪ ਵਿੱਚ ਹੁੰਦਾ। ਇਹਦੇ ਮੁਕਾਬਲਤਨ ਜਿੱਥੇ ਅਟੋਨਮੀ ਦਿੱਤੀ ਗਈ ਮਲਕੀਅਤ ਦੀ, ਇਹਨਾਂ ਨੂੰ ਅਸੀਂ ਕੈਪੀਟਲਿਸਟ ਕੰਟਰੀ ਕਹਿੰਦੇ ਹਾਂ। ਹਾਲਾਂਕਿ ਇਹਦਾ ਮਾਡਲ ਪੂਰੀ ਤਰ੍ਹਾਂ ਜਿਹੜਾ ਹੈਗਾ ਇਹਦੀ ਅਸੀਂ ਇਹਨੂੰ ਪ੍ਰਮੋਸ਼ਨ ਨਹੀਂ ਕਰ ਰਹੇ, ਪਰ ਜੇ ਮੌਲਿਕ ਰੂਪ ਵਿੱਚ ਗੱਲ ਕੀਤੀ ਜਾਏ ਤਾਂ ਇੱਕ ਪ੍ਰੈਜ਼ੀਡੈਂਟ 'ਤੇ ਵੀ ਜੇ ਕਿਤੇ ਕੋਈ ਬਲੇਮ ਆਇਆ ਤਾਂ ਪ੍ਰੈਜ਼ੀਡੈਂਟ ਨੂੰ ਸਾਰੇ ਦੇ ਥਰੂ ਜਾਣਾ ਪਿਆ ਉਸਨੂੰ। ਅਸੀਂ ਕਲਿੰਟਨ ਦਾ ਪੂਰਾ ਜਿਹੜਾ ਹੈਗਾ ਉਹਦਾ ਪ੍ਰੈਜ਼ੀਡੈਂਸੀ ਟਾਈਮ ਦੇਖਦੇ ਹਾਂ। ਸੋ ਇਹ ਹੈ ਕਿ ਬੰਦੇ ਇੱਕ ਅਕਲ ਨੂੰ ਹੱਥ ਲਗਾ, ਇੱਕ ਸੋਝੀ ਲੈ, ਤਾਂ ਕਿ ਤੈਨੂੰ ਪਤਾ ਲੱਗ ਸਕੇ ਜੀਵਨ ਕਿਵੇਂ ਜੀਣਾ ਧਰਤੀ ਦੇ ਉੱਤੇ। ਅਤੇ ਤੇਰਾ ਇਨਰ ਇੰਸਟਿੰਕਟ ਜਿੱਥੇ ਜਾ ਕੇ ਬਿਲਡ ਹੁੰਦਾ, ਉਹਨੂੰ ਸਟਰੈਂਥਨ ਕਰਨ ਦੀ ਐਬਿਲਿਟੀ ਮਿਲਦੀ, ਉਸੇ ਥਾਟ ਨੂੰ, ਉਸੇ ਸਕੂਲ ਆਫ ਥਾਟ ਨੂੰ ਫੋਲੋ ਕਰਨਾ ਆ। ਗੁਰੂ ਇਹ ਸਿਖਾਉਂਦਾ ਸਨ।
ਗੁਰੂ ਸਾਨੂੰ ਕਹਿੰਦਾ ਅਕਲ ਲੈ ਚਾਹੀਦੀ ਹੈ ਤੈਨੂੰ। ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਐ ਮਾਨ, ਅਕਲੀ ਪੜ੍ਹਕੈ ਬੂਝੀਐ, ਅਕਲੀ ਕੀਚੈ ਦਾਨ, ਨਾਨਕ ਆਖੈ ਰਾਹ ਇਹ ਹੋਰ ਗੱਲਾਂ ਸ਼ੈਤਾਨ। ਜਿਹੜੀਆਂ ਹੋਰ ਗੱਲਾਂ ਨੇ ਉਹ ਸ਼ੈਤਾਨ ਦੀਆਂ ਨੇ ਭਾਈ। ਨਾਨਕ ਦਾ ਰਾਹ ਤੇ ਆਹੀ ਹੈ। ਨਾਨਕ ਦਾ ਰਾਹ ਤੇ ਅਕਲ ਵਾਲਾ, ਸੋਝੀ ਵਾਲਾ, ਸਮਝ ਵਾਲਾ। ਇੱਥੇ ਬਾਬਾ ਜੀ ਨੇ ਬਾਤ ਕੀਤੀ, ਮੈਨੂੰ ਮੇਰੇ ਗੁਰੂ ਨੇ ਪ੍ਰਸਾਦ ਬਖਸ਼ਿਸ਼ ਵਿੱਚ, ਨਵਾਜ਼ਿਸ਼ ਵਿੱਚ। ਫਿਰ ਇਹ ਵੀ ਚੀਜ਼ ਦੇਖਣਾ, ਜਿਹੜਾ ਪ੍ਰਸਾਦ ਹੈ ਨਾ, ਇਹ ਕੋਈ ਆਫਰ ਵੀ ਕਰੇ। ਪ੍ਰਸਾਦ ਵੀ ਕੋਲਡ ਐਕਚੁਅਲੀ ਇਨ ਇੰਗਲਿਸ਼ ਲੈਂਗੁਏਜ ਆਫਰਿੰਗ। ਦਿਸ ਇਜ਼ ਆਫਰਿੰਗ, ਇਟਸ ਨੋਟ, it actually no one can force to get it, to actually to have to take it. No, it's just an offering. It's up to you. You want to take it or not. And if you want to take it, there is some sort of, you can say, a criteria. You have to follow the criteria. What is that criteria? We cannot take actually Guru Sahib's deg and go out on the road and actually keep on offering people. No, that's not actually Gurmat Maryada. What is Gurmat Maryada? Someone has to come in Gurudwara Sahib. Someone has to actually pay respect, and after that you can say bow down and also put his or her hand together like that and ask for it. ਉਹ ਰੂਪ ਜਿਹੜਾ ਆ, ਮਤਲਬ ਪ੍ਰਸਾਦ ਐਵੇਂ ਮਿਲਦਾ। ਜਦੋਂ ਤੁਸੀਂ ਗੁਰੂ ਕੋਲ ਆਓਗੇ, ਅਕਲ ਵੀ ਐਵੇਂ ਮਿਲਦੀ। ਅਕਲ ਵੀ ਇਸ ਤਰੀਕੇ ਨਾਲ ਨਹੀਂ ਕਿ ਬੰਦਾ ਕਹੇਗਾ ਮੈਂ ਫੋਰਸਫੁਲੀ ਲੈ ਲਵਾਂਗਾ ਜਾਂ ਮੈਂ ਸਰਮਾਏ ਨਾਲ ਬਾਏ ਕਰ ਲਵਾਂਗਾ। ਨਾ ਨਾ ਨਾ, ਅਕਲ ਵੀ ਇਹ ਹੈ ਬੰਦਾ ਆਪਣੇ ਆਪ ਨੂੰ ਅਧਿਕਾਰੀ ਬਣਾਏ, ਬੰਦਾ ਆਪਣੇ ਆਪ ਨੂੰ ਡਿਜ਼ਰਵਿੰਗ ਲੈਵਲ 'ਤੇ ਲੈ ਕੇ ਆਵੇ। ਅਤੇ ਫਿਰ ਕਰਤਾਰ ਤਰਸ ਵੀ ਕਰ ਦਿੰਦਾ, ਕਹਿੰਦਾ ਚਲੋ ਦੇ ਦਿੰਦੇ ਹਾਂ ਤੈਨੂੰ। ਜਿਨ੍ਹਾਂ ਨੂੰ ਕਰਤਾਰ ਨੇ ਅਕਲ ਦੇ ਦਿੱਤੀ, ਉਹਨਾਂ ਨੂੰ ਧਰਤੀ 'ਤੇ ਜਿਉਣਾ ਆ ਗਿਆ। ਉਹਨਾਂ ਨੂੰ ਨਾ ਰਾਜ ਨੇ ਤੰਗ ਕੀਤਾ, ਨਾ ਧਨ ਨੇ, ਨਾ ਜੋਬਨ ਨੇ। ਉਹ ਵੀ ਰਾਜੇ ਨੇ ਟਾਈਮ ਟੂ ਟਾਈਮ ਪੋਲੀਟੀਕਲ ਸਿਸਟਮ ਵਿੱਚ ਆਏ, ਜਿਨ੍ਹਾਂ ਦਾ ਲੋਕ ਨਾਂ ਲੈਣਾ ਵੀ ਪਸੰਦ ਨਹੀਂ ਕਰਦੇ। ਅਤੇ ਉਹ ਵੀ ਲੋਕ ਆਏ ਜਿਨ੍ਹਾਂ ਨੇ ਇੱਕ ਲੈਗਸੀ ਜਿਹੜੀ ਹੈਗੀ ਉਹ ਡਿਵੈਲਪ ਕੀਤੀ। ਪੀਅਰਸ ਜਿਹੜਾ ਹੈਗਾ ਜਸਟਿਨ ਟਰੂਡੋ ਦਾ ਫਾਦਰ, ਲੋਕੀ ਅੱਜ ਵੀ ਪੀਪਲ ਵਿਦ ਕਲਰ। ਹਾਲਾਂਕਿ ਹਾਂ, ਹੋਰ ਵੀ ਹੈਗੇ ਨੇ ਬਹੁਤ ਸਾਰੇ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਜਿਨ੍ਹਾਂ ਦੇ ਬਾਅਦ 'ਚ ਬੁੱਤ ਵੀ ਲਗਾਏ ਗਏ, ਬਹੁਤ ਕੁਛ ਹੋਇਆ। ਆਈ ਡੋਂਟ ਵਾਂਟ ਟੂ ਗੋ ਦੈਟ ਸਾਈਡ, ਬਟ you might have heard about it. ਸੋ ਇਹ ਸਭ ਚੀਜ਼ਾਂ ਦੱਸਦੀਆਂ ਕਿ ਬੈਲੈਂਸਡ ਵੇ ਨਾਲ ਜੀਵਨ ਜੀਣ ਦੀ ਜਾਚ ਆਏ। ਅਤੇ ਫਿਰ ਇਹ ਵੀ ਚੀਜ਼ ਆ, ਬੰਦੇ ਨੂੰ ਕਈ ਵਾਰੀ ਇਹ ਵੀ ਭੁਲੇਖਾ ਹੁੰਦਾ ਕਿ ਓਕੇ ਹੁਣ ਮੇਰੇ ਕੋਲ ਤਾਕਤ ਆ, ਹੁਣ ਮੇਰੇ ਕੋਲ ਸਮਰੱਥਾ ਆ, ਹੁਣ ਮੇਰੇ ਕੋਲ ਮਲਕੀਅਤ ਆ, ਮੈਂ ਜੋ ਚਾਹਾਂ ਕਰ ਲਵਾਂ। ਸੱਚ ਇਹ ਹੈ, ਜੋ ਚਾਹਾਂ ਕਰੇਗਾ ਉਸ ਰੂਪ ਵਿੱਚ ਜਾਏਗਾ, ਤੈਨੂੰ ਤਵਾਰੀਖ ਕਦੀ ਮਾਫ ਨਹੀਂ ਕਰੇਗੀ। ਹਿਸਟਰੀ ਦੇ ਵਿੱਚ ਆਈਦਰ ਯੂ ਕੈਨ be part of the actually you can say golden side of the history, otherwise you're gonna be the part of dustbin of the history. And there are so many characters which are actually coming or which belongs toward from actually you can say a dustbin of the history, such as Aurangzeb, Genghis Khan, Hitler। ਕਿੰਨਿਆਂ ਦਾ ਨਾਮ ਲਈਏ, ਲੋਕ ਯਾਦ ਤੇ ਕਰਦੇ ਉਹਨਾਂ ਨੂੰ। ਸੋ ਇਹ ਸਭ ਬਦੀ ਸਹੇੜੀ। ਬੰਦੇ ਨੂੰ ਕਿਹਾ ਗਿਆ ਤੂੰ ਬਦੀ ਨਹੀਂ ਸਹੇੜਨੀ। ਗੁਰੂ ਨੇ ਅਕਲ ਦਿੱਤੀ ਤੇ ਗੁਰੂ ਦੀ ਆਫਰਿੰਗ ਹੈ, ਆਪਾਂ ਨੇ ਲੈਣੀ ਨਹੀਂ ਲੈਣੀ, ਦੈਟ ਸਾਡੇ ਤੇ ਹੈ। ਗੁਰੂ ਫੋਰਸ ਨਹੀਂ ਕਰਦਾ। ਗੁਰੂ ਤੇ ਨਾ ਤੇ ਗੁਰੂ ਦੇ ਘਰ ਕੋਈ ਕਨਵਰਜਨ ਆ, ਨਾ ਕਿਸੇ ਨੂੰ ਉਹ ਕੀਤਾ ਜਾ ਰਿਹਾ ਵੀ ਯੂ ਹੈਵ ਟੂ ਫੋਲੋ। ਇੱਥੇ ਗੁਰਪ੍ਰਸਾਦ ਆ, ਤੇ ਸੱਚੇ ਗੁਰੂ ਦੀ ਸ਼ਰਨ ਆਓ ਤੇ ਪ੍ਰਸਾਦ ਮਿਲ ਜਾਂਦਾ। ਤੇ ਅਲਟੀਮੇਟਲੀ ਬੰਦਾ ਜਿਵੇਂ ਜੀਵਨ ਬਤੀਤ ਕਰਦਾ, ਜੀਂਦਾ ਆ, ਤੇ ਫਿਰ ਇੱਕ ਲੈਵਲ ਆਉਂਦਾ ਆ। ਆਪਾਂ ਦੇਖੀਏ ਔਰੰਗਜ਼ੇਬ ਐਜ਼ ਏ ਮੁਗਲ ਯੂ ਕੈਨ ਸੇ ਐਂਪਰਰ ਦੇ ਤੌਰ 'ਤੇ ਲਾਸਟ ਐਂਪਰਰ ਹੋਇਆ ਜਿਹਨੇ ਪ੍ਰੋਪਰ ਮੁਗਲੀਆ ਸਲਤਨਤ ਨੂੰ ਮਾਣਿਆ, ਭੋਗਿਆ। ਉਸ ਤੋਂ ਬਾਅਦ ਤੇ ਆਲਮੋਸਟ ਸਿੱਖ ਰਜ਼ੀਮ ਨੇ ਇਹਦਾ ਜਿਹੜਾ ਲੱਕ ਤੋੜਤਾ। ਔਰੰਗਜ਼ੇਬ ਲੰਬਾ ਸਮਾਂ ਗੱਦੀ 'ਤੇ ਰਿਹਾ, ਸ਼ਾਇਦ ਅਕਬਰ ਤੋਂ ਬਾਅਦ ਸਭ ਤੋਂ ਲੰਬਾ ਸਮਾਂ ਰਹਿਣ ਵਾਲਾ ਹੀ ਬਾਦਸ਼ਾਹ। ਅਤੇ ਹੁਣ ਲਾਸਟ ਦੇ ਵਿੱਚ ਬੰਦਾ ਜਦੋਂ ਵਿਦਾ ਹੋਣ ਲੱਗਦਾ ਹੈ, ਅਤੇ ਆਖਰਕਾਰ ਉਹ ਮਤਲਬ ਡਿਕਟੇਟਰਸ਼ਿਪ ਦੇ ਵਿੱਚ, ਆਮ ਪੋਲੀਟੀਕਲ ਡੈਮੋਕ੍ਰੈਟਿਕ ਸਿਸਟਮ ਵਿੱਚ ਇਹ ਹੁੰਦਾ ਕਿ ਜਦੋਂ ਕੋਈ ਆਪਣੀ ਸਮੇਂ ਦਾ ਪੂਰਾ ਕਰਦਾ ਹੈ, ਅਤੇ ਫਿਰ ਲਾਸਟ ਦੇ ਵਿੱਚ ਆਪਣੀ ਕੁਛ ਨਾ ਕੁਛ ਲੋਕਾਂ ਦੇ ਨਾਮ ਖਤ, ਚਿੱਠੀ, ਕੁਛ ਐਸੀ ਚੀਜ਼ ਲਿਖ ਕੇ ਦੱਸ ਕੇ ਜਾਂਦਾ ਕਿ ਓਕੇ ਹਾਊ ਆਈ ਐਕਚੁਅਲੀ ਹੈਵ ਡਨ ਆਲ ਦੈਟ ਪੀਰੀਅਡ ਆਫ ਟਾਈਮ। ਔਰੰਗਜ਼ੇਬ ਵੀ ਜਦੋਂ ਵਿਦਾ ਹੋਇਆ, ਇਹਨੇ ਵੀ ਆਪਣੀ ਜਿਹੜੀ ਹੈ ਵਿਲ ਉਸ ਵਕਤ ਲਿਖੀ, ਉਹਦਾ ਨਾਂ ਹੈ ਸ਼ਿਕਸਤਨਾਮਾ।
ਉਹਨੇ ਲਿਖਿਆ ਵਸੀਅਤ ਜਿਹਨੂੰ ਵਿਲ ਕਹਿ ਲਓ ਉਸਨੂੰ, ਅਤੇ ਉਹ ਜਦੋਂ ਲਿਖੀ ਤਾਂ ਉਹਦੇ 'ਚੋਂ ਲਿਖਦਾ ਕਿ ਮੈਂ ਬਾਦਸ਼ਾਹਾਂ ਦੀ ਤਰ੍ਹਾਂ ਜੀਆ ਵਾਂ, ਪਰ ਜਦੋਂ ਮੈਂ ਹੁਣ ਵਿਦਾ ਹੋ ਰਿਹਾ, ਭਿਖਾਰੀਆਂ ਤੋਂ ਬੱਤਰ ਵਿਦਾ ਹੋ ਰਿਹਾ, ਉਹਦੇ 'ਚ ਉਹਨੇ ਲਿਖਿਆ ਕਿ ਮੇਰੀ ਕਬਰ 'ਤੇ ਇੱਕ ਦਰਖਤ ਵੀ ਨਾ ਲਗਾਇਆ ਜਾਏ, ਮੇਰੀ ਕਬਰ ਨੂੰ ਵੀ ਛਾਂ ਨਹੀਂ ਨਸੀਬ ਹੋਣੀ ਚਾਹੀਦੀ, ਕਿਉਂਕਿ ਜਦੋਂ ਮੈਂ ਆਇਆ ਸੀਗਾ ਖਾਲੀ ਹੱਥ, ਰਿਹਾ ਬਾਦਸ਼ਾਹ ਦੀ ਤਰ੍ਹਾਂ, ਜਦੋਂ ਵਿਦਾ ਹੋਣ ਲੱਗਾ ਉਦੋਂ ਪਾਪਾਂ ਦੀਆਂ ਪੰਡਾਂ ਸਿਰ 'ਤੇ ਚੁੱਕ ਕੇ ਲੈ ਕੇ ਜਾ ਰਿਹਾ। ਹੁਣ ਇਹ ਬਦੀ ਜੇ ਅਹਿਸਾਸ ਹੋਏ ਟਾਈਮ ਨਾਲ ਕਿ ਬਦੀ ਹੈ ਤੇ ਬੰਦਾ ਐਵੇਂ ਕਰੇ। ਇੱਥੇ ਸਾਹਿਬ ਮਹਾਰਾਜ ਨੇ ਜ਼ਿਕਰ ਕੀਤਾ, ਮਹਾਰਾਜ ਕਹਿੰਦੇ ਗੁਰੂ ਨੇ ਮੈਨੂੰ ਵਿਜ਼ਨਰੀ ਬਣਾ ਦਿੱਤਾ, ਇਹ ਅਕਲ ਦੇ ਕੇ ਸਮੇਂ ਦੇ ਨਾਲ ਐਸੀ ਪੇਖੀ ਨੇਤਰ ਮੈਂ ਪੂਰੇ ਗੁਰ ਪ੍ਰਸਾਦ, ਰਾਜ ਮਿਲਖ ਤਨ ਜੋ ਬਣਾਨਾ ਮੈਂ ਬਿਨ ਬਾਦ। ਜੇ ਨਾਮ ਨਾ ਆਇਆ ਤੇ ਨਾਮ ਹੈ ਇੱਕ ਅਧਿਆਤਮੀ ਤੌਰ ਤੇ ਵਿਸ਼ਵਾਸ। ਨਾਮ ਨੂੰ ਜੇ ਬਹੁਤ ਸਿੰਪਲ ਲੈਵਲ ਤੇ ਵੀ ਅੰਡਰਸਟੈਂਡ ਕੀਤਾ ਜਾਏ ਨਾ, ਐਜ਼ ਆਈ ਐਕਚੁਅਲੀ ਗੈਟ ਦ ਮੈਸੇਜ from Gurbani and Gurbani literature, that is, Naam helps us to become aware about our actions, about our thoughts, about our actually, you can say, how, ਮਤਲਬ ਆਪਣੇ ਆਪ ਨੂੰ ਤੁਸੀਂ ਕਿਵੇਂ ਸੰਸਾਰ ਵਿੱਚ ਲੈ ਕੇ ਜਾਣਾ ਹੈ। ਇਹਦੇ 'ਚ ਨਾਮ ਦੀ ਜਿਹੜੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਸਾਨੂੰ ਸਾਡੇ ਅਮਲਾਂ ਦੇ ਪ੍ਰਤੀ ਅਕਾਊਂਟੇਬਿਲਿਟੀ ਜਿਹੜੀ ਹੈ ਉਹ ਆ ਜਾਂਦੀ ਹੈ, ਕਿ ਜੋ ਮੈਂ ਕਰ ਰਿਹਾ ਇਹਦਾ ਮੈਨੂੰ ਹਿਸਾਬ ਕਿਤਾਬ ਵੀ ਚਾਹੀਦਾ ਆ। ਐਸਾ ਨਹੀਂ ਹੈਗਾ ਵੀ ਤੁਸੀਂ ਕੁਛ ਕੰਮ ਕੀਤਾ ਤੇ ਸ਼ਾਮ ਤੱਕ ਕਿਹਾ ਵੀ ਇਟਸ ਓਕੇ, ਹੋ ਗਿਆ ਤੇ ਹੋ ਗਿਆ, ਹੂ ਕੇਅਰ ਨਾ, ਆਈ ਰੀਅਲੀ ਕੇਅਰ ਅਬਾਊਟ ਇਟ। ਮੈਂ ਇਹਦੀ ਵਾਕਈ 'ਚ ਕੇਅਰ ਕਰਦਾ, ਮੇਰੀ ਕੌਨਸ਼ੀਅਸ ਤੇ ਇਹਦੀ ਛਾਪ ਪੈਂਦੀ ਹੈ, ਚੰਗੇ ਦੀ ਵੀ ਤੇ ਬੁਰੇ ਦੀ ਵੀ। ਚੰਗਾ ਮੈਨੂੰ ਸਹੀ ਵਧੀਆ ਫੀਲ ਕਰਾਉਂਦਾ ਆ, ਬੁਰਾ ਮੈਨੂੰ ਤੰਗ ਕਰਦਾ ਆ। ਇਹ ਨਾਮ ਹੈ। ਨਾਮ ਇਸ ਲੈਵਲ 'ਤੇ ਸਾਨੂੰ ਚੇਤਨ ਕਰ ਦਿੰਦਾ ਆ। ਇੱਥੇ ਮਹਾਰਾਜ ਨੇ ਬਾਤ ਕੀਤੀ ਹੈ। ਸ਼ੁਰੂਆਤੀ ਪਦੇ 'ਚ ਆ ਜਾਈਏ, ਗੁਰਦੇਵ ਜ਼ਿਕਰ ਕਰਦੇ ਨੇ, ਅਹੰਗ ਬੁੱਧ ਪਰਬਾਦ ਨੀਤ ਲੋਭ ਰਸਨਾ ਸਾਧ, ਲਪਟ ਕਪਟ ਗ੍ਰਹਿ ਬੇਧਿਆ ਮਿਥਿਆ ਵਿਖਿਆਤ। ਸਾਡੀ ਜਿਹੜੀ ਸਾਰੀ ਲਾਈਫ ਦੀ ਐਨਰਜੀ ਹੈ, ਇਹ ਅਸੀਂ ਕਿਵੇਂ ਇਨਵੈਸਟ ਕਰਦੇ ਹਾਂ ਧਰਤੀ ਦੇ ਉੱਤੇ, ਕਿਵੇਂ ਕੰਟਰੀਬਿਊਟ ਕਰਦੇ ਹਾਂ, ਉਹਦੀ ਗੱਲ ਕੀਤੀ ਬਾਬਾ ਜੀ ਨੇ ਇਨ ਜਨਰਲ। ਮਹਾਰਾਜ ਕਹਿੰਦੇ ਕਿ ਜੇ ਕਿਤੇ ਇਸ ਤਰੀਕੇ ਨਾਲ ਕਰ ਰਹੇ ਹਾਂ, ਲਪਟ ਕਪਟ, ਲਪਟੀ ਹੋਣਾ, ਕਪਟੀ ਹੋਣਾ, ਮਤਲਬ ਜਾਂ ਤੇ ਗਰੀਡ ਚਲਾ ਰਿਹਾ ਹੈ, ਤੇ ਜੇ ਮੇਰਾ ਗਰੀਡ ਪੂਰਾ ਨਹੀਂ ਹੋ ਰਿਹਾ ਤਾਂ ਦੈਨ ਆਈ ਐਮ ਵੈਰੀ ਮੀਨ ਟਾਈਪ ਆਫ ਪਰਸਨ। ਮੈਂ ਕਿਸੇ ਹੋਰ ਦਾ ਵੀ ਕੋਈ ਕੰਮ ਨਹੀਂ ਬਣਨ ਦੇਣਾ, ਮੇਰੀ ਇਹ ਐਫਰਟ ਹੋਏਗੀ ਪੂਰੇ ਦੀ ਪੂਰੀ। ਆਈਦਰ ਮੇਰੇ ਸਾਰੇ ਲਾਲਚ ਪੂਰੇ ਹੋਣ, ਅਦਰਵਾਈਜ਼ ਕੋਈ ਹੋਰ ਆਪਣਾ ਲਾਲਚ ਪੂਰਾ ਨਾ ਕਰ ਜਾਏ। ਇਹ ਜਿਹੜਾ ਬਿਹੇਵੀਅਰ ਆ, ਇਹ ਬੰਦੇ ਨੂੰ ਲਪਟ ਕਪਟ ਬਣਾ ਦਿੰਦਾ। ਲਪਟੀ ਤੇ ਕਪਟੀ ਉਹਦੀ ਬਾਤ ਕੀਤੀ ਗਈ। ਗ੍ਰਹਿ ਬੇਧਿਆ, ਇਸ ਨੂੰ ਮੈਂ ਗ੍ਰਸਤ ਜੀਵਨ ਜਾਂ ਆਪਣਾ ਮਤਲਬ ਸੰਸਾਰੀ ਜੀਵਨ ਬਣਾ ਲਿਆ। ਬੇਧਿਆ ਮੈਨੂੰ ਹੁੰਦਾ ਜਿਹਦੇ 'ਚ ਮੈਂ ਪੂਰੀ ਤਰ੍ਹਾਂ ਖੰਚਿਤ ਹੋ ਗਿਆ, ਗਵਾਚ ਗਿਆ ਵਾਂ। ਇਹਦੇ ਪਿੱਛੇ ਜਿਹੜੀਆਂ ਸ਼ਕਤੀਆਂ ਕੰਮ ਕਰ ਰਹੀਆਂ ਹੈ, ਅਹੰਗ ਬੁੱਧ ਪਰਬਾਦ ਨੀਤ ਲੋਭ ਰਸਨਾ ਸਾਧ। ਕਿਆ ਅਹੰਗ ਬੁੱਧ, ਬੁੱਧੀ ਨੂੰ ਮਾਰਨ ਵਾਲੀ ਕੋਈ ਹੋਰ ਚੀਜ਼ ਨਹੀਂ ਗਈ, ਅਹੰਗ ਹੀ ਹੈ। ਹੰਕਾਰ ਸਾਨੂੰ ਬੌਧਿਕ ਤੌਰ 'ਤੇ ਲੋਅਰ ਲੈਵਲ 'ਤੇ ਲੈ ਆਉਂਦਾ ਹੈ। ਜਿਵੇਂ ਆਪਾਂ ਨੂੰ ਸਰੀਰ ਦੇ ਵਿੱਚ ਟੈਂਪਰੇਚਰ ਚਾਹੀਦਾ ਨਾ 98 99 ਦੇ ਕਰੀਬ, ਜੇ ਥੋੜ੍ਹਾ ਵੱਧ ਜਾਏ ਤਾਂ ਕੀ ਹੋਏਗਾ, ਅਸੀਂ ਸਿੱਕ ਹੋ ਜਾਵਾਂਗੇ। ਐਗਜ਼ੈਕਟਲੀ ਸਾਨੂੰ ਆਪਣੇ ਆਪ ਉੱਤੇ ਥੋੜ੍ਹਾ ਪ੍ਰਾਊਡ ਵੀ ਫੀਲ ਕਰਨਾ ਚਾਹੀਦਾ ਹੈ, ਆਪਣੇ ਆਪ ਨੂੰ ਥੋੜ੍ਹਾ ਸੁਣਨਾ ਵੀ ਚਾਹੀਦਾ ਹੈ, ਆਪਣੇ ਆਪੇ ਦੀ ਗੱਲ, ਪਰ ਕਿਸ ਲੈਵਲ 'ਤੇ, ਉੱਥੇ ਇੱਕ ਲਾਈਨ ਹੋਣੀ ਚਾਹੀਦੀ ਹੈ। ਜੋ ਲਾਈਨ ਕ੍ਰਾਸ ਕਰਦੇ ਹਾਂ ਤਾਂ ਜਿਵੇਂ ਦਰਜੇ ਹਰਾਰਾ ਗਰਮੀ ਵੱਧਦੀ ਹੈ, ਐਵੇਂ ਫਿਰ ਸਾਡੇ ਅੰਦਰ ਉਹ ਚੀਜ਼ ਜਿਹੜਾ ਪ੍ਰਾਈਡ ਆਫ ਫੇਕ ਪ੍ਰਾਈਡ ਬਣਨਾ ਸ਼ੁਰੂ ਹੁੰਦਾ ਹੈ। ਇੱਥੋਂ ਫਿਰ ਈਗੋ ਦਾ ਲੈਵਲ ਵੱਧਦਾ ਹੈ। ਇੱਥੇ ਇਹ ਫਿਰ ਬੰਦੇ ਦੀ ਅਕਲ ਮਾਰ ਦਿੰਦਾ, ਬੁੱਧੀ ਮਾਰ ਦਿੰਦਾ। ਸਭ ਨੇ ਦੀ ਬਾਤ ਕੀਤੀ, ਅਹੰਗ ਬੁੱਧ ਪਰਬਾਦ ਦੂਜਿਆਂ ਦੇ ਨਾਲ ਐਵੇਂ ਵਾਧੂ ਦੇ ਵਾਦ ਵਿਵਾਦ ਵਿੱਚ ਉਲਝੇ ਰਹਿਣਾ। ਘਰਾਂ ਦੇ ਵਿੱਚ ਇੰਟਰੈਕਸ਼ਨ ਹੋਣੀ ਬੜੀ ਜ਼ਰੂਰੀ ਹੈ, ਗੱਲਾਂ ਬਾਤਾਂ ਕਰਨੀਆਂ ਬੜੀਆਂ ਜ਼ਰੂਰੀ ਨੇ, ਪਰ ਹਰ ਗੱਲ ਝਗੜੇ 'ਚ ਹੀ ਨਿਬੜਨੀ ਹੈ। ਹਰ ਗੱਲ ਦੇ 'ਚ ਦੂਜੇ ਨੂੰ ਨੀਵਾਂ ਹੀ ਵਿਖਾਉਣਾ ਆ, ਦੂਜੇ ਨੂੰ ਲਾ ਕੇ ਗੱਲ ਕਰਨੀ ਹੈ, ਟੀਚਰ ਹੀ ਕਰਨੀ ਹੈ, ਟੌਂਟਿੰਗ ਹੀ ਕਰਨੀ ਹੈ। ਪਰਬਾਦ ਵੱਡਾ ਸਾਡਾ ਜੀਵਨ ਦਾ ਹਿੱਸਾ ਇਸ ਕਿਸਮ ਦਾ ਹੋ ਜਾਂਦਾ ਹੈ। ਕਿਸੇ ਨੇ ਗੱਲ ਕੀਤੀ, ਕੁਛ ਕੀਤਾ, ਇਹ ਹੋਏਗਾ ਕਿ ਬਸ ਨਾ
ਇਹਦੀ ਗੱਲ ਨੂੰ ਕੱਟ ਕੇ ਆਪਣੀ ਗੱਲ ਅੱਗੇ ਕਰਨੀ ਹੈ। ਜੇ ਮੈਂ ਨਹੀਂ ਕਰ ਪਾਉਂਦਾ ਦੈਟ ਮੀਨ ਆਈ ਐਮ ਨੋਟ ਐਕਚੁਅਲੀ ਗੁੱਡ ਇਨ ਟੇਬਲ ਟਾਕ ਔਰ ਇਨ ਐਨੀ ਸੋਰਟ ਆਫ ਐਕਚੁਅਲੀ ਯੂ ਕੈਨ ਸੇ ਇੰਟਰੈਕਸ਼ਨ। ਆਹ ਐਟੀਟਿਊਡ ਡਿਵੈਲਪ ਹੋ ਰਿਹਾ ਤੇ ਇਹਦੇ ਵਿੱਚੋਂ ਕੋਈ ਵੀ ਸੁਖੀ ਨਹੀਂ, ਨਾ ਸਾਹਮਣੇ ਸੁਣਨ ਵਾਲਾ ਨਾ ਬੋਲਣ ਵਾਲਾ। ਤੇ ਲੌਂਗ ਰਨ 'ਚ ਬੰਦੇ ਨੂੰ ਅਹਿਸਾਸ ਵੀ ਹੁੰਦਾ ਹੈ। ਇਹਨੂੰ ਇਸ ਤਰ੍ਹਾਂ ਵੀ ਜਾਣੋ, ਜਿਹਨੂੰ ਅਸੀਂ ਕਹਿੰਦੇ ਨਾ ਕਿ ਬੜੀ ਟੌਕਸਿਸਿਟੀ ਹੈ ਜੀ, ਬੜਾ ਟੌਕਸਿਕ ਐਨਵਾਇਰਮੈਂਟ ਹੈ। ਇਹ ਕੀ ਹੈ? ਟੌਕਸਿਕ ਐਨਵਾਇਰਮੈਂਟ ਬਾਹਰ ਥੋੜ੍ਹਾ ਕੋਈ ਮਤਲਬ ਕਿਸੇ ਕਿਸਮ ਦੇ ਜਰਮਸ ਤੁਰੇ ਫਿਰਦੇ ਨੇ ਜਾਂ ਕੈਮੀਕਲਸ ਤੁਰੇ ਫਿਰਦੇ ਨੇ ਨਾ, ਸਾਡੀ ਬੋਲ ਬਾਣੀ ਹੈ, ਇਹਦੇ 'ਚ ਹੀ ਟੌਕਸਿਕ ਆ ਗਏ ਨੇ। ਤੇ ਉਹ ਤਾਂ ਆ ਗਏ ਕਿਉਂਕਿ ਅਸੀਂ ਇੱਕ ਦੂਜੇ ਨੂੰ ਪਰ ਬਾਤ ਦੂਜੇ ਦੀ ਗੱਲ ਕੱਟਣੀ ਹੈ, ਦੂਜੇ ਨੂੰ ਨੀਵਾਂ ਵਿਖਾਉਣਾ ਹੈ ਗੱਲਾਂ ਬਾਤਾਂ ਦੇ ਵਿੱਚ। ਇਹਦੀ ਸਭ ਤੋਂ ਵੱਡੀ ਤੇ ਜਿਹੜੀ ਚੀਜ਼ ਹੈ ਘਰ ਵਿੱਚ ਹੁੰਦੀ ਹੈ, ਘਰ ਦਾ ਇਨਵਾਇਰਮੈਂਟ। ਇਸੇ ਕਰਕੇ ਆਪਾਂ ਨੇ ਜਿਸ ਚੀਜ਼ ਬਾਬਤ ਪੰਜਾਬੀ 'ਚ ਕੁਛ ਪੜ੍ਹਨਾ ਹੋਏ, ਵੈਸੇ ਇੰਗਲਿਸ਼ 'ਚ ਤਾਂ ਕਾਫੀ ਕੁਛ ਹੈਗਾ ਇਹਨਾਂ ਦਿਨਾਂ ਦੇ ਵਿੱਚ, ਪਰ ਪੰਜਾਬੀ 'ਚ ਪੜ੍ਹਨਾ ਹੋਏ ਤਾਂ ਪੰਜਾਬੀ ਦੇ ਵਿੱਚ ਜਿਵੇਂ ਪ੍ਰਿੰਸੀਪਲ ਤੇਜਾ ਸਿੰਘ ਦਾ ਇੱਕ ਬਹੁਤ ਕਮਾਲ ਦਾ ਆਰਟੀਕਲ ਹੈ, ਘਰ ਦਾ ਪਿਆਰ। ਉਹ ਕਹਿੰਦੇ ਘਰ ਦੀ ਡੈਕੋਰੇਸ਼ਨ ਨਾਲ ਨਹੀਂ ਬਣਦਾ, ਪਰਦੇ ਵਧੀਆ ਲਾ ਲਓ, ਵਧੀਆ ਫਲੋਰ ਪਾ ਲਓ, ਵਧੀਆ ਜਿਹੜੀ ਹੈਗੀ ਮੀਨਾਕਾਰੀ ਕਰ ਲਓ, ਲਾਈਟਨਿੰਗ ਕਰ ਲਓ, ਸਾਰਾ ਕੁਛ। ਨਹੀਂ 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 ਨਹੀਂ, ਘਰ ਇਹਦੇ ਨਾਲ ਨਹੀਂ ਬਣਦਾ। ਘਰ ਕਾਹਦੇ ਨਾਲ ਬਣਦਾ? ਘਰ 'ਚ ਰਹਿਣ ਵਾਲੇ ਲੋਕਾਂ ਨਾਲ ਬਣਦਾ। ਤੇ ਲੋਕਾਂ ਦੇ ਵਿੱਚ ਆਪਸ ਵਿੱਚ ਸਾਂਝਾਂ ਕਿਵੇਂ ਨੇ? ਤੇ ਸਾਂਝਾਂ ਦੇ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਹੈ, ਇੱਕ ਦੂਸਰੇ ਨੂੰ ਆਵਾਜ਼ ਕਿਵੇਂ ਦੇ ਕੇ ਬੁਲਾਉਂਦੇ ਨੇ, ਇੱਕ ਦੂਸਰੇ ਦੀ ਆਵਾਜ਼ 'ਤੇ ਰਿਸਪੌਂਸ ਕਿਵੇਂ ਕਰਦੇ ਨੇ, ਇੱਕ ਦੂਸਰੇ ਦੇ ਨਾਲ ਜਦੋਂ ਗੱਲਬਾਤ ਹੁੰਦੀ ਤੇ ਉਸ ਦੇ ਵਿੱਚ ਇੱਕ ਦੂਸਰੇ ਨੂੰ ਕਿਸ ਲੈਵਲ 'ਤੇ ਦੇਖਦੇ ਨੇ, ਆਪਣੇ ਬਰਾਬਰ, ਆਪਣੇ ਤੋਂ ਲੋਅਰ ਜਾਂ ਬਿਲਕੁਲ ਲੋਅਰ। ਅਸੀਂ ਇਸੇ ਤਰੀਕੇ ਨਾਲ ਨਜ਼ਰੀਆ ਕਰਦੇ ਹਾਂ। ਪਰ ਬਾਅਦ ਜਦੋਂ ਮੇਰੀ ਗੱਲ ਦੇ ਵਿੱਚ ਪਰਾਏ ਦੀ ਉਸ ਨੂੰ ਆਬਾਦ ਕਰਨ, ਉਸ ਨੂੰ ਖੜਾ ਕਰਨ ਦੀ ਗੱਲ ਹੀ ਨਹੀਂ, ਉਸ ਨੂੰ ਨੀਵਾਂ ਕਰਨ ਦੀ ਗੱਲ ਹੈ, ਲੋਅਰ ਲੈਵਲ 'ਤੇ ਸੱਟਣ ਦੀ ਗੱਲ ਹੈ, ਫਿਰ ਹੋਏਗਾ ਕੀ? ਫਿਰ ਹੋਰ ਬਰਬਾਦੀ ਲੱਭਣ ਦੀ ਲੋੜ ਨਹੀਂ ਹੈ। ਨਾਮ ਪਤਾ ਕੀ ਸਿਖਾਉਂਦਾ? ਨਾਮ ਸਿਖਾਉਂਦਾ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਤੈ ਚਾਨਣ ਸਭ ਮੈਂ ਚਾਨਣ ਹੋਏ। ਨਾਮ ਇਹ ਸਿਖਾਉਂਦਾ। ਨਾਮ ਸਿਖਾਉਂਦਾ ਸਾਰੇ ਰੱਬ ਦੀ ਜੋਤ ਨੇ। ਜਦੋਂ ਮੈਂ ਕਿਸੇ ਨੂੰ ਭੰਡਦਾ ਹਾਂ, ਨਿੰਦਦਾ ਹਾਂ, ਜਾਂ ਉਹਨੂੰ ਲੋਅਰ ਲੈਵਲ 'ਤੇ ਦੇਖਦਾ, ਨੀਵਾਂ ਵਿਖਾਉਣਾ, ਨੀਵਾਂ ਕਰਨ ਦੀ ਟਰਾਈ ਕਰਦਾ, ਮਤਲਬ ਮੈਂ ਨਾਮ ਤੋਂ ਟੁੱਟ ਰਿਹਾ ਹਾਂ। ਆਹ ਚੀਜ਼ ਫਿਰ ਆਉਂਦੀ ਹੈ। ਗੁਰੂ ਸਾਹਿਬ ਕਹਿੰਦੇ, ਗੁਰੂ ਅਰਜਨ ਸਾਹਿਬ, ਕਿ ਮੈਂ ਇਹ ਆਪਣੀਆਂ ਅੱਖਾਂ ਨਾਲ ਵੇਖ ਲਈ ਚੀਜ਼, ਇਹਦੇ 'ਚ ਕੋਈ ਫਲ ਨਹੀਂ ਮਿਲਦਾ। ਮੈਨੂੰ ਗੁਰੂ ਨੇ ਮੈਨੂੰ ਤਰਸ ਕਰਕੇ ਅਕਲ ਦੇ ਦਿੱਤੀ। ਇਸ ਕਰਕੇ ਅਹੰਗ ਬੁੱਧ ਪਰ ਬਾਦ ਨੀਤ ਲੋਭ ਰਸਨਾ ਸਾਧ। ਨੀਤ ਲੋਭ, ਨਿਤਾ ਪ੍ਰਤੀ ਲਾਲਚ ਇੱਕ ਲੈਵਲ 'ਤੇ ਚਾਹੀਦਾ ਆ। ਮੈਨੂੰ ਭੁੱਖ ਲੱਗੀ ਹੈ ਤੇ ਮੈਨੂੰ ਖਾਣ ਦਾ ਲਾਲਚ ਹੈ, ਬਿਲਕੁਲ ਠੀਕ ਹੈ। ਇੱਕ ਜਗ੍ਹਾ 'ਤੇ ਮੇਰੀ ਭੁੱਖ ਮਿਟ ਜਾਂਦੀ ਹੈ, ਪਰ ਮੈਨੂੰ ਅਜੇ ਵੀ ਖਾਣ ਦਾ ਲਾਲਚ ਹੈ। ਹੁਣ ਮੇਰੀ ਜੀਭ ਦਾ ਸਵਾਦ ਹੈ। ਤੇਰਾ ਸ਼ਬਦ ਦੇਖੋ, ਨੀਤ ਲੋਭ ਰਸਨਾ ਸਾਧ, ਬੜਾ ਕਮਾਲ ਦਾ ਮੈਟਾਫੋਰ ਦਿੱਤਾ ਹੈ। ਹੁਣ ਮੇਰੀ ਪੇਟ ਦੀ ਲੋੜ ਨਹੀਂ ਹੈ, ਪਰ ਕੀ ਕਰਾਂ, ਜੀਭ ਕਹਿੰਦੀ ਕਿ ਹੋਰ ਲਿਆ, ਇਟਸ ਟੇਸਟੀ। ਤੰਗ ਹੋਵਾਂਗਾ, ਮੈਨੂੰ ਵੀ ਪਤਾ, ਆਮ ਗੋਨਾ ਸਫਰ। ਇਹ ਲੋੜ ਨਹੀਂ ਹੈ। ਇਹ ਹੈ ਸੰਸਾਰ। ਇੱਥੇ ਐਕਚੁਅਲੀ ਵਕਾਰ ਬਣਦਾ। ਸੰਸਾਰ ਮਾੜਾ ਨਹੀਂ ਗਾ, ਕੋਈ ਵੀ ਚੀਜ਼ ਮਾੜੀ ਨਹੀਂ ਗੀ। ਕੌਣ ਕਹਿੰਦਾ ਸਕਰੀਨ ਵੇਖਣੀ ਮਾੜੀ ਹੈ? ਪਰ ਸਕਰੀਨ ਕਿਸੇ ਬੈਲੈਂਸਡ ਵੇ ਨਾਲ, ਕਿਸੇ ਚੰਗੀ ਚੀਜ਼ ਨੂੰ ਦੇਖਣ ਵਾਸਤੇ, ਉਸ ਰੂਪ ਦੇ ਵਿੱਚ, ਜਿੱਥੇ ਬਸ ਇੱਕ ਲਾਲਸਾ ਹੀ ਪੈ ਗਈ ਅੱਖਾਂ ਦੇ ਵਿੱਚ, ਐਡਿਕਸ਼ਨ ਡਿਵੈਲਪ ਹੋ ਗਿਆ, ਮਰੇਗਾ ਬੰਦਾ, ਬਰਬਾਦ ਹੋਏਗਾ, ਤਬਾਹੀ ਆਏਗੀ। ਆਹ ਚੀਜ਼ਾਂ ਤੇ ਇਹਨਾਂ ਨੂੰ ਕਿਵੇਂ ਰੋਕਾਂਗੇ? ਨਾਮ ਰੋਕੇਗਾ। ਨਾਮ ਗੁਰੂ ਵਿਜ਼ਨ ਦੀ ਬਣਾਉਂਦਾ। ਗੁਰੂ ਦੀ ਸੋਝੀ ਦੇ ਨਾਲ ਬੰਦੇ ਦੇ ਅੰਦਰ ਇੱਕ ਗ੍ਰਿਪ ਪੈਦਾ ਹੁੰਦਾ ਆਪਣੇ ਆਪ ਤੇ। ਉਹਦੀ ਬਾਤ ਹੋ ਰਹੀ ਹੈ ਇਹਦੇ 'ਚ। ਲਪਟ ਕਪਟ ਗ੍ਰਹਿ ਬੇਦਿਆ ਮਿੱਥਿਆ ਵਿਖਿਆਤ। ਮਿੱਥਿਆ ਵਿਖਿਆਤ, ਮਿੱਥਿਆ ਹੁੰਦਾ ਆ ਜਿਹਦੇ 'ਚ ਕੁਝ ਕੱਢਣ ਪਾਉਣ ਨੂੰ ਕੁਛ ਨਹੀਂ ਹੈਗਾ। ਦੇਖੋ, ਤਿੰਨ ਤਰ੍ਹਾਂ ਦੀ ਦੁਨੀਆ ਆ। ਇੱਕ ਅਲਟੀਮੇਟ ਰਿਐਲਿਟੀ ਜਿਹਨੂੰ ਰੱਬ ਕਿਹਾ ਜਾਂਦਾ ਹੈ, ਇੱਕ ਰਿਐਲਿਟੀ ਜਿਹਦੇ 'ਚ ਅਸੀਂ ਰਹਿੰਦੇ ਹਾਂ। ਇਹ ਚੇਂਜ ਹੁੰਦੀ ਹੈ, ਇਹ ਅਨਸਰਟਨ ਆ। ਇੱਕ ਅਨਰੀਅਲ, ਮਿਥਿਆ, ਜੋ ਹੈ ਨਹੀਂ, ਜਿਹੜਾ ਵਰਚੁਅਲ ਵਰਲਡ ਆ ਸਾਰਾ ਦਾ ਸਾਰਾ, ਜਿਹੜੀ ਵਰਚੁਅਲ ਰਿਐਲਿਟੀ ਜਿਹਨੂੰ ਕਹਿੰਦੇ ਆ, ਇਟਸ ਨੋਟ ਰੀਅਲ ਬਟ ਸੀਮਸ ਰੀਅਲ। ਬੰਦਾ ਸਿਨੇਮੇ 'ਚ ਵੇਖ ਰਿਹਾ, ਹੱਸ ਰਿਹਾ, ਟੱਪ ਰਿਹਾ, ਗੱਲਾਂ ਕਰ ਰਿਹਾ। ਸਾਡੀ ਗੌਸਪ ਜਿਹੜੀ ਵੱਡੇ ਲੈਵਲ 'ਤੇ, ਜਿਹਨਾਂ ਨੂੰ ਅਸੀਂ ਸਟਾਰਸ ਕਹਿੰਦੇ ਆ, ਆਰ ਦੇ ਸਟਾਰਸ? ਆਰ ਦੇ ਰੀਅਲੀ ਸਟਾਰਸ? We all know, no, they are not stars. What are they? They are just entertainer. ਉਹ ਸਿਰਫ ਮਸਕਰੇ ਨੇ। ਤੇ ਕੀ ਅਸੀਂ ਉਸ ਲੈਵਲ 'ਤੇ ਸਮਝਦੇ ਹਾਂ? ਨਾ, ਇਹ ਮਿੱਥਿਆ ਆ।
मतलब ਜਿਹੜੀ ਅਨਰੀਅਲ ਚੀਜ਼ ਆ ਉਹਨੂੰ ਰੀਅਲ ਮੰਨ ਲਿਆ ਗਿਆ। ਬਲਕਿ ਬਾਣੀ ਤੇ ਕਹਿੰਦੀ ਰਿਐਲਿਟੀ ਨੂੰ ਵੀ ਬੜੀ ਸਹੀ ਰੂਪ ਵਿੱਚ ਦੇਖ। ਇਸ ਤਬਦੀਲੀ ਜਿਹੜੀ ਅਨਸਰਟਨਟੀ ਜਿਹੜੀ ਲਾ ਆ ਮਦਰ ਨੇਚਰ ਦਾ, ਰਿਐਲਿਟੀ ਨੂੰ ਰਿਐਲਿਟੀ ਨਾ ਸਮਝੀ, ਬਲਕਿ ਇਹ ਵੀ ਕਿਸੇ ਸਮੇਂ ਬਦਲ ਸਕਦੀ ਹੈ। ਹਾਂ, ਜਿਹੜੀ ਚੀਜ਼ ਨਹੀਂ ਬਦਲਣੀ ਉਹ ਅਲਟੀਮੇਟ ਰਿਐਲਿਟੀ ਹੈ, ਪਰ ਉੱਥੋਂ ਤੱਕ ਸੋਚ ਨਹੀਂ ਜਾ ਰਹੀ। ਗੁਰੂ ਨੇ ਪ੍ਰਸਾਦ ਦੇ ਦਿੱਤਾ, ਗੁਰੂ ਨੇ ਕਿਹਾ ਅਲਟੀਮੇਟ ਰਿਐਲਿਟੀ ਨਾਲ ਜੁੜ, ਕਰਤਾਰ ਦੇ ਹੁਕਮ ਨੂੰ ਮੰਨ। ਤੂੰ ਉਹਨੂੰ ਹੁਕਮ ਨੂੰ ਮੰਨੇਗਾ, ਫਿਰ ਸੰਸਾਰ ਦੇ ਵਿੱਚ ਫਿਰ ਰਿਐਲਿਟੀ 'ਚ ਰਹੇਗਾ, ਤੇ ਰਿਐਲਿਟੀ ਦੇ ਵਿੱਚ ਵੀ ਇਹ ਬੈਲੈਂਸਡ ਵੇ ਦੇ ਨਾਲ। ਇਹ ਬੜੀ ਮਾਫੀ ਚਾਹਾਂਗਾ, ਬੜਾ ਹਾਇਰ ਲੈਵਲ ਦਾ ਥਾਟ ਆ ਜੇ ਬੰਦੇ ਦੀ ਸੁਰਤ ਪਕੜੇ ਹੌਲੀ ਹੌਲੀ ਕਰਕੇ। ਤੇ ਅਗਲਾ ਬਚਨ ਲੈ ਲਈ ਇਹਦੇ ਨਾਲ ਹੀ ਮਹਾਰਾਜ ਜੋ ਬਿਆਨ ਕਰਦੇ ਕਿ ਰੂਪ ਧੂਪ ਸੁਗੰਧਤਾ ਕਾਪਰ ਪੋਗਾਤ। ਰੂਪ ਧੂਪ ਸੁਗੰਧਤਾ, ਆਪਣੀ ਸ਼ਕਲੋ ਸੂਰਤ ਚੰਗੀ ਬਣਾਉਣੀ, ਬਹੁਤ ਸਾਰੀਆਂ ਸੁਗੰਧੀਆਂ ਇਤਰ ਫਲੇਰ ਲਾਉਣੇ, ਕੱਪੜੇ ਪਾਉਣੇ ਬੜੇ ਜੱਚ ਜੱਚ ਕੇ, ਸਭ ਚੀਜ਼ਾਂ ਕਰਨੀਆਂ। ਬਾਬਾ ਜੀ ਕਹਿੰਦੇ ਠੀਕ ਹੈ, ਕੋਈ ਗੱਲ ਨਹੀਂ। ਰੂਪ ਧੂਪ ਸੁਗੰਧਤਾ ਕਾਪਰ ਪੋਗਾਤ, ਪਰ ਚੇਤੇ ਰੱਖੀ ਮਿਲਤ ਸੰਗ ਪਾਪਿਸ਼ਟ ਤਨ ਹੋਏ ਦੁਰਗਾਤ। ਮਦਰ ਨੇਚਰ ਦਾ ਲਾ ਆ, ਜਿਵੇਂ ਹੀ ਇਸ ਪਾਪੀ ਤਨ ਨੂੰ ਇਹ ਸਾਰਾ ਕੁਝ ਲੱਗੇਗਾ, ਇਹ ਤਨ ਦੀ ਸੱਚਾਈ ਇਹ ਹੈ, ਹੋਏਗਾ ਕੀ? ਸਭ ਕਹਿੰਦੇ ਹੋਏ ਦੁਰਗਾਤ, ਦੁਰਗੰਧ ਆਏਗੀ। ਬੰਦੇ ਜਿੰਨਾ ਮਰਜੀ ਤੂੰ ਆਪਣੇ ਆਪ ਨੂੰ ਸ਼ਿੰਗਾਰ ਲੈ, ਬਣਾ ਲੈ, ਆਖਿਰਕਾਰ ਮਿੱਟੀ 'ਚ ਜਾਣਾ ਹੀ। ਮਤਲਬ ਇਹ ਗੁਰੂ ਨੇ ਵਿਜ਼ਨਰੀ ਬਣਾਤਾ। ਇਸ ਰੂਪ ਸੁਗੰਧ, ਇਸ ਕਾਪੜ ਪੁਗਾਤ ਦੇ ਮਗਰ ਨਹੀਂ ਭੱਜਣਾ ਬਹੁਤਾ। ਜਿਹਦੇ ਮਗਰ ਭੱਜਾਂਗਾ ਲਾਲਿਤ ਹੋਵਾਂਗਾ, ਤੰਗ ਹੋਵਾਂਗਾ ਇੱਕ ਦਿਨ। ਤੇ ਇਹੋ ਜਿਹੇ ਲੋਕ ਮੈਂ ਦੇਖੇ, ਖੁਦ ਦੇਖੇ। ਜੀਵਨ ਜੀਆ ਬੜਾ ਗਲੈਮਰਾਈਜ਼ਡ ਵੇ ਦੇ ਨਾਲ, ਬੜਾ ਹਰ ਵਕਤ ਉਸ ਲੈਵਲ 'ਤੇ ਰਹਿਣਾ, ਤੇ ਅਲਟੀਮੇਟਲੀ ਕੁਦਰਤ ਦਾ ਲਾ ਆ, ਕੈਂਸਰ ਡਾਇਗਨੋਸ ਹੋ ਗਿਆ ਤੇ ਸਾਰੀ ਸ਼ਕਲ ਸੂਰਤ ਬਦਲ ਗਈ ਜਦੋਂ ਕੀਮੋ ਵਗੈਰਾ ਹੋਈ, ਸਭ ਕੁਛ। ਤੇ ਅਖੀਰ ਬਾਡੀ ਜਿਹੜੀ ਉਹ ਕੀਮੋ ਵਿੱਚੋਂ ਰਿਵਾਈਵ ਨਾ ਕਰ ਸਕੀ ਹੈਲਥ ਨੂੰ, ਤੇ ਜਾਣਾ ਪੈ ਗਿਆ। ਤੇ ਬੜੇ ਕਲੋਜ਼ ਬਾਏ ਸੀਗੇ। ਤੇ ਮੈਂ ਕਿਹਾ ਜੀ ਫਿਊਨਰਲ ਵਗੈਰਾ ਕਿੱਦਣ ਹੈ? ਕਹਿੰਦੇ ਜੀ ਫਿਊਨਰਲ ਤੇ ਹੈਗਾ ਫਲਾਂ ਤਰੀਕ ਨੂੰ, ਬਟ ਨੋ ਵਨ ਇਜ਼ ਇਨਵਾਈਟਡ ਦੇਅਰ। ਮੈਂ ਕਿਹਾ ਜੀ ਕੁਛ ਖਾਸ ਰੀਜ਼ਨ? ਕਹਿੰਦੇ ਜੀ ਰੀਜ਼ਨ ਇਹ ਹੈ ਕਿ ਜਦੋਂ ਸ਼ਕਲ ਸੂਰਤ ਬਦਲ ਗਈ ਸਾਰੇ ਦੀ ਸਾਰੀ, ਤਾਂ ਉਹਨੇ ਫਿਰ ਵਿਲ ਬਣਾ ਦਿੱਤੀ ਕਿ ਨਹੀਂ ਨਹੀਂ ਨਹੀਂ, ਮੈਨੂੰ ਕੋਈ ਆ ਕੇ ਵੇਖੇ ਵੀ ਨਾ। ਐਵੇਂ ਵੇਖਿਆ ਕੋਈ ਮੈਨੂੰ ਆ ਕੇ? ਹਾਲਾਂਕਿ ਹੈ ਤਾਂ ਮਿੱਟੀ ਸੀ, ਪਹਿਲਾਂ ਵੀ ਮਿੱਟੀ ਸੀ, ਪਰ ਬੰਦੇ ਨੂੰ ਲੱਗਾ ਨਹੀਂ ਨਹੀਂ ਐਕਚੁਅਲੀ ਨਾ ਇੱਕ ਸ਼ੇਪ, ਇੱਕ ਸ਼ਕਲ ਬਣਾਈ ਲੋਕਾਂ ਨੇ ਮੇਰੇ, ਪਰ ਬਸ ਉਹ ਸ਼ਕਲ ਨਾਲ ਹੀ ਮੈਂ ਮਰ ਜਾਣਾ ਚਾਹੁੰਦਾ। ਇਹੋ ਜਿਹੀ ਜਿਹੜੀ ਸੁਰਤ ਆ ਉਹ ਕਿੱਥੇ, ਉਹ ਜੂਨਾਂ 'ਚ ਨਹੀਂ ਜਾਏਗੀ ਤੇ ਕਿੱਥੇ ਜਾਏਗੀ? ਬਾਣੀ ਕਲੀਅਰ ਹੈ ਇਹਦੇ ਤੇ। ਅਸੀਂ ਆਪਣੇ ਆਪ ਨੂੰ ਜਿਹੜਾ ਹੈਗਾ ਕਿਸੇ ਤਰੀਕੇ ਨਾਲ ਚੀਟ ਕਰੀ ਜਾਈਏ, ਵੱਖਰੀ ਗੱਲ ਹੈ। ਬਾਬਾ ਜੀ ਨੇ ਉਹਦੀ ਬਾਤ ਕੀਤੀ ਇਹਦੇ 'ਚ। ਅਗਲਾ ਬਚਨ ਨਾਲ ਲੈ ਲੈਂਦੇ ਹਾਂ। ਮਹਾਰਾਜ ਕਹਿੰਦੇ ਕਿ ਫਿਰਤ ਫਿਰਤ ਮਾਨੁਖ ਭਇਆ ਖਿਨ ਪੰਗਨ ਦੇ ਹਾਥ, ਖਿਨ ਪੰਗੁਰ ਦੇਹੀ ਹੈ। ਤੇ ਬੜੀਆਂ ਜੂਨਾਂ 'ਚ ਫਿਰ ਫਰਾ ਕੇ ਮਿਲੀ ਹੈ ਤੈਨੂੰ ਇਹ ਅਵਸਰ ਤੇ ਚੂਕਿਆ ਬਹੁ ਜੋਨ ਪਰਮਾਦ। ਜੇ ਆਹ ਅਵਸਰ ਵੀ ਚਲਾ ਗਿਆ, ਤੇਰਾ ਨਾਮ ਨਾਲ ਨਾ ਜੁੜਿਆ, ਤੇ ਸਭ ਕਹਿੰਦੇ ਫਿਰ ਸਾਈਕਲ ਤੇ ਚੱਲੇਗਾ ਭਾਈ ਜੂਨਾ ਵਾਲਾ। ਰੀਇਨਕਾਰਨੇਸ਼ਨ ਦਾ ਕੌਨਸੈਪਟ ਤੇ ਹੈ ਹੀ ਇਹ। ਫਿਰ ਬਿਲਕੁਲ ਅੰਤਰੀਆਂ ਲਾਈਨਾਂ ਨੂੰ ਲੈ ਲਈਏ। ਪ੍ਰਭ ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਤ। ਤੇ ਪ੍ਰਭੂ ਕਿਤੇ ਕਿਰਪਾ ਦੇ ਘਰ 'ਚ ਆਵੇ ਤੇ ਫਿਰ ਗੁਰੂ ਮਿਲਦਾ, ਤੇ ਗੁਰੂ ਫਿਰ ਵਿਸਮਾਤ ਤੱਕ ਲੈ ਜਾਂਦਾ। ਇਹ ਚੀਜ਼ਾਂ ਬੰਦੇ ਨੂੰ ਕਦੇ ਡਰਾ ਵੀ ਦਿੰਦੀਆਂ। ਓ ਮਾਈ ਗॉश ਵਾਟ ਅ ਸ਼ੌਕਿੰਗ ਮੈਸੇਜ। ਬਾਬਾ ਜੀ not actually trying to scare us. Baba ji giving us some sort of education which we can use to get that amazed level of feeling where we can have a balanced approach to live in this world. ਇਹਦਾ ਮੇਨ ਮੈਸੇਜ ਇਹਦੇ ਪਿੱਛੇ। ਸੋ ਸਾਹਿਬ ਨੇ ਦੀ ਬਾਤ ਕੀਤੀ ਗਈ, ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਤ, ਸੂਖ ਸਹਿਜ ਨਾਨਕ ਆਨੰਦ ਤਾਂ ਕੈ ਪੂਰਨ ਨਾਦ। ਜਿਹਨੂੰ ਇਹ ਚੀਜ਼ ਮਿਲ ਗਈ ਨਾਨਕ, ਉਹਨੂੰ ਸੁੱਖ ਵੀ ਮਿਲ ਗਿਆ, ਸਹਿਜ ਵੀ ਮਿਲ ਗਿਆ, ਆਨੰਦ ਵੀ ਮਿਲ ਗਿਆ, ਤੇ ਤਾਂ ਕੈ ਪੂਰਨ ਨਾਦ। ਨਾਦ ਸੁਣਨਾ ਇੱਕ ਜੋਗੀਆਂ ਨੇ ਕਿਰਿਆ ਵਗੈਰਾ ਬਣਾ ਕੇ ਕਹੀ, ਉਹਦੀ ਬਾਤ ਨਹੀਂ, ਪਰ ਉਹਦਾ ਮੈਟਾਫੋਰ ਯੂਜ਼ ਕਰਕੇ ਕਿਹਾ ਕਿ ਉਹਦੇ ਅੰਦਰ ਇੱਕ ਆਲਮੀ ਸੰਗੀਤ ਸੁਣਨ ਦੀ ਖਮਤਾ ਆ ਗਈ। ਉਹ ਬ੍ਰਹਮੰਡੀ ਗਿਆਨ ਦਾ, ਬ੍ਰਹਮ ਗਿਆਨ ਦਾ ਧਾਰਨੀ ਹੋ ਗਿਆ। ਸਹਿਬ ਰਹਿਮਤ ਕਰਨ ਇਹਨਾਂ ਆਲਮੀ ਵਾਕਾਂ 'ਚੋਂ ਪ੍ਰੇਰਨਾ ਮਿਲੇ, ਅਸੀਂ ਗੁਰਮਤੀਏ ਹੋ ਸਕੀਏ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾ ਚਤਾਰਿਓ ਜੇ। ਅਗਲਾ ਸਮਾਂ ਸਿਮਰਨ ਦਾ। ਸੋ ਆਪ ਸਿਮਰਨ ਨਾਲ ਜੁੜੋ। ਮੈਨੂੰ ਇੱਥੇ ਇਜਾਜ਼ਤ ਦੇਣੀ, ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।